ਵਾਹਿਗੁਰੂ 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 ਵਾਹਿਗੁਰੂ। ਤਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਰਹਾਉ ਅਨੇਕ ਪ੍ਰਕਾਰੀ ਬਸਤਰ ਉਡਾਏ, ਆਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਥ, ਰੂਹਾਨੀਅਤ ਦੇ ਸਾਗਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਆਨੰਦਮਈ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹਿਲੇ ਪੈਰ ਦੇ ਦੀਵਾਨਾਂ ਦੇ ਵਿੱਚ ਅਦਬ ਅਤੇ ਸਤਿਕਾਰ ਸਾਹਿਤ ਸੱਜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦੇ ਆਏ ਮੁੱਖ ਵਾਕ ਦਾ ਮੂਲ ਪਾਠ ਆਪ ਜੀ ਨੇ ਤਨਾਸਰੀ ਰਾਗ ਦੇ ਵਿੱਚੋਂ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੁਕਮਨਾਮਾ ਮੁੱਖ ਵਾਕ ਸਰਵਣ ਕੀਤਾ ਹੈ। ਪੰਜਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਜੋ ਉਪਦੇਸ਼ ਦਿੱਤਾ, ਸਾਰੀਆਂ ਸੰਗਤਾਂ ਗੁਰੂ ਦੀਵਾਨ ਵਿੱਚ ਦਰਬਾਰ ਵਿੱਚ ਬੈਠ ਕੇ ਜਾਂ ਦੇਸ਼ ਵਿਦੇਸ਼ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜਿਹੜੇ ਵੀ ਪੁਰਾਣੀ ਗੁਰੂ ਸ਼ਬਦ ਦੇ ਨਾਲ ਜੁੜੇ ਨੇ, ਇਕਾਗਰ ਬਿਰਤੀਆਂ ਕੀਤੀਆਂ ਨੇ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੇ ਵਿੱਚ ਉਪਦੇਸ਼ ਕੀਤਾ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਜੀਵਨਾ ਭਾਵ ਕਿ ਜਿਹੜਾ ਅਸੀਂ ਜੀਵਨ ਜਿਉਂਦੇ ਹਾਂ, ਜੀਵਨਾਂ ਦੇ ਵਿੱਚੋਂ ਇੱਕ ਉੱਤਮ ਜੀਵਨ ਇਹ ਹੈ
ਕਿ ਜਦੋਂ ਕਿਸੇ ਜਗਿਆਸੂ ਦੀ, ਸਤਸੰਗੀ ਦੀ ਬਿਰਤੀ ਪਰਮਾਤਮਾ ਦੇ ਨਾਮ ਦੇ ਵਿੱਚ ਟਿਕ ਜਾਂਦੀ ਹੈ, ਉਹਦਾ ਜੀਵਨਾਂ ਦੇ ਵਿੱਚੋਂ ਚੰਗਾ ਜੀਵਨ ਜਿਹੜਾ ਘੜਿਆ ਜਾਂਦਾ, ਜੀਵਨਾਂ ਦੇ ਵਿੱਚੋਂ ਉਹਦਾ ਜੀਵਨ ਜਿਹੜਾ ਉੱਤਮ ਹੁੰਦਾ। ਦੂਸਰਾ ਮਹਾਰਾਜ ਨੇ ਬਚਨ ਕੀਤਾ ਕਿ ਹਰੀ ਜਪਣਾ, ਜੇ ਸਾਧ ਸੰਗਤ ਮਿਲ ਜੇ ਤੇ ਹੋਰ ਵੀ ਜੀਵਨ ਜਿਹੜਾ ਸੁਖਦਾਇਕ ਹੋ ਜਾਂਦਾ। ਉਹਦਾ ਕਾਰਨ ਹੁੰਦਾ ਕਿ ਸਾਧ ਸੰਗਤ ਜਿਹੜੀ ਹੈ ਇੱਕ ਸਮੂਹਕ ਬੰਦਗੀ ਹੈ। ਸਾਧ ਸੰਗਤ ਦੇ ਵਿੱਚ ਮਿਲ ਕੇ ਜਪਣ ਦੇ ਨਾਲ ਪੰਧ ਸਖੈਨ ਹੋ ਜਾਂਦਾ। ਸਾਨੂੰ ਕੋਈ ਨਾਲ ਜਪਣ ਦਾ ਇੱਕ ਤਰ੍ਹਾਂ ਦਾ ਸਾਥ ਮਿਲ ਜਾਂਦਾ। ਸਾਧ ਸੰਗਤ ਦੇ ਵਿੱਚ ਜਾ ਕੇ ਜਪਣਾ ਇਵੇਂ ਦਾ ਹੈ, ਜਾਂ ਇਵੇਂ ਵੀ ਕਹਿ ਲਓ ਕਿ ਪੰਜਵੇਂ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤਾ ਕਿ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਜੇ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰੂ ਕਾ ਬਚਨ ਸੁਣਿਆ ਜਾਏ, ਪਰਮਾਤਮਾ ਦਾ ਨਾਮ ਜਪਿਆ ਜਾਏ, ਤਾਂ ਇਹ ਹੋਰ ਜਿਹੜਾ ਹੈ ਭਾਗਾਂ ਵਾਲੀ ਗੱਲ ਹੁੰਦੀ ਹੈ। ਕਿਉਂਕਿ ਜੇਕਰ ਕੋਈ ਪ੍ਰਾਣੀ ਇਕਾਂਤ ਦੇ ਵਿੱਚ ਬੈਠ ਕੇ ਵੀ ਜਪਦਾ ਹੈ ਪਰਮਾਤਮਾ ਨੂੰ, ਤਾਂ ਸਾਡੇ ਕੋਲੋਂ ਮਹਾਰਾਜ ਜੀ ਨੇ ਦੋ ਜੋ ਪ੍ਰਮੁੱਖ ਪਰਮਾਤਮਾ ਦੇ ਨਾਮ ਸਿਮਰਨ ਦੇ ਸਾਧਨ ਨੇ, ਗੁਰੂ ਕੀ ਸੰਗਤ ਹੈ ਜਾਂ ਗੁਰੂ ਕੇ ਪਿਆਰੇ ਜਿਹੜੇ ਸਿੱਖ ਸਤਸੰਗੀ ਹੈ, ਉਹਨਾਂ ਦੇ ਵਿੱਚ ਮਿਲ ਕੇ ਜਪਣ ਦਾ ਜੇ ਸੁਭਾਗ ਪ੍ਰਾਪਤ ਹੋ ਜਾਏ ਤਾਂ ਜੀਵਨ ਜਿਹੜਾ ਹੈ ਉਹਨੂੰ ਇੱਕ ਸਾਥ ਮਿਲ ਜਾਂਦਾ, ਜੀਵਨ ਸੁਹੇਲਾ ਹੋ ਜਾਂਦਾ। ਕੁਝ ਅਧਿਆਤਮਕ ਪੁਰਸ਼ਾਂ ਨੇ ਇਹਦਾ ਕਾਰਨ ਇਹ ਵੀ ਲਿਖਿਆ ਕਿ ਸਾਧ ਸੰਗਤ ਦੇ ਵਿੱਚ ਜਾ ਕੇ ਜਦੋਂ ਜਪਿਆ ਜਾਂਦਾ ਤੇ ਬਿਰਤੀ ਜਿਹੜੀ ਹੈ ਸਹਿਜੇ ਸਹਿਜੇ ਨਿਮਰ ਹੋ ਜਾਂਦੀ ਹੈ, ਉਹਦੀ ਢਾਲਣਾ ਬਣ ਜਾਂਦੀ ਹੈ, ਉਹਦੇ ਵਿੱਚ ਹੱਠ ਨਹੀਂ ਆਉਂਦਾ। ਸਾਧ ਸੰਗਤ ਦੇ ਵਿੱਚ ਜਾ ਕੇ ਮਨੁੱਖ ਦੀ ਬਿਰਤੀ ਦੀ ਅਵਸਥਾ ਉੱਚੀ ਹੋ ਜਾਂਦੀ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਇਹਨੂੰ ਜੀਵਨਾਂ ਦੇ ਵਿੱਚੋਂ ਜੀਵਨ ਜਿਹੜਾ ਹੈ ਉੱਤਮ ਕਿਹਾ। ਜੇ ਸਤਸੰਗ ਦੇ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਜਪਣ ਦਾ ਸਾਨੂੰ ਅਵਸਰ ਸਬੱਬ ਇਤਫਾਕ ਬਣਦਾ ਹੈ। ਜੇ ਇਕਾਂਤਤਾ ਔਰ ਇਕੱਲੇ ਵੀ ਗੁਰੂ ਕੀ ਸੰਗਤ ਵਿੱਚ ਜਾ ਕੇ ਸਿਮਰਨੇ ਹੋ ਤਾਂ ਵੀ ਭਾਗਾਂ ਵਾਲਿਓ। ਆਪਾਂ ਇਹਨਾਂ ਦੋਨਾਂ ਵਿਸ਼ਿਆਂ ਦੇ ਉੱਤੇ ਹੀ ਵਾਰਤਾ ਜਿਹੜੀ ਹੈ ਸਾਂਝੀ ਕਰਨੀ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰੀ ਦੀ ਗੱਲ ਹੈ ਕਿ ਜਦੋਂ ਛੇਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਆਪਣੇ ਜੀਵਨ ਦੇ ਵਿੱਚ 4 ਜੰਗਾਂ ਕੀਤੀਆਂ। ਚੌਥੀ ਜੰਗ ਕਰਤਾਰਪੁਰ ਦੀ ਸੀ। ਚੌਥੀ ਜੰਗ ਤੋਂ ਬਾਅਦ ਮਹਾਰਾਜ ਨੇ ਆਪਣਾ ਜੀਵਨ ਜਿਹੜਾ ਕੀਰਤਪੁਰ ਸ਼ਾਂਤਮਈ ਵਾਤਾਵਰਨ ਦੇ ਵਿੱਚ ਬਤੀਤ ਕੀਤਾ। ਫਿਰ ਇਹ ਨੇਮ ਬਣ ਗਿਆ ਕਿ ਸਵੇਰ ਵੇਲੇ ਅਤੇ ਸ਼ਾਮ ਵੇਲੇ ਦੋਨੋਂ ਵੇਲੇ ਗੁਰੂ ਦਰਬਾਰ ਸੱਜਦਾ, ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਹੁੰਦੇ, ਕਥਾ ਵਿਚਾਰਾਂ ਵੀ ਹੁੰਦੀਆਂ। ਇੱਕ ਵਾਰੀ ਗੁਰੂ ਜੀ ਦੇ ਪਾਸੋਂ ਸੰਗਤ ਦੇ ਵਿੱਚੋਂ ਕਿਸੇ ਸਿੱਖ ਨੇ, ਜਗਿਆਸੂ ਨੇ ਮਹਾਰਾਜ ਦੇ ਪਾਸ ਸਵਾਲ ਕੀਤਾ। ਕਹਿਣ ਲੱਗਿਆ, ਮਹਾਰਾਜ ਕਿ ਸਾਧ ਸੰਗਤ ਦੀ ਕੀ ਮਹਾਨਤਾ ਹੈ, ਸਾਧ ਸੰਗਤ ਦੀ ਕੀ ਵਿਸ਼ੇਸ਼ਤਾ ਹੈ, ਸਾਧ ਸੰਗਤ ਦੇ ਵਿੱਚ ਬੈਠ ਕੇ ਮਨੁੱਖ ਦੀ ਕੀ ਪ੍ਰਾਪਤੀ ਹੁੰਦੀ ਹੈ, ਗੁਰੂ ਘਰ ਦੇ ਵਿੱਚ ਆਉਣ ਦਾ ਸਾਨੂੰ ਕੀ ਫਾਇਦਾ ਹੈ।
ਗੁਰੂ ਘਰ ਦੇ ਵਿੱਚ ਆਉਣ ਦਾ ਸਾਨੂੰ ਕੀ ਵੱਡਾ ਲਾਭ ਹੈ। ਗੁਰਦੇਵ ਜੀ ਨੇ ਉਹਦਾ ਉੱਤਰ ਦਿੱਤਾ। ਇਹ ਸਾਡੇ ਜੀਵਨ ਦੇ ਗਾਂ ਪੰਧ ਬਣਦੇ ਨੇ। ਮਹਾਰਾਜ ਜੀ ਕਹਿੰਦੇ ਗੁਰੂ ਘਰ ਦਾ, ਗੁਰੂ ਕੇ ਦਰਬਾਰ ਦੇ ਵਿੱਚ ਆ ਕੇ ਗੁਰੂ ਕਾ ਦਰਸ਼ਨ ਕਰਨਾ ਜਿਹੜਾ ਹੁੰਦਾ, ਇਹ ਸਿੱਖ ਵਾਸਤੇ ਸਭ ਤੋਂ ਉੱਤਮ ਹੈ। ਫਿਰ ਉਹਦੇ ਤੇ ਇਲਾਵਾ ਗੁਰੂ ਕੀ ਸੰਗਤ ਕਰ ਲੈਣੀ, ਗੁਰੂ ਕਾ ਬਚਨ ਸੁਣਨਾ, ਇਹ ਉਹਦੇ ਤੇ ਵੱਡੀ ਗੱਲ ਹੈ। ਗੁਰੂ ਕੇ ਕਹੇ ਲੱਗਣਾ ਵੱਡੀ ਗੱਲ ਹੈ। ਫਿਰ ਮਹਾਰਾਜ ਜੀ ਨੇ ਦੱਸਿਆ ਵੀ ਜਿਵੇਂ ਕੋਈ ਗੁਰੂ ਦਰਬਾਰ ਦੇ ਵਿੱਚ ਆਉਂਦਾ ਹੈ, ਗੁਰੂ ਘਰ ਦੇ ਵਿੱਚ ਆਉਂਦਾ ਹੈ, ਕਈ ਵਾਰੀ ਸਾਡਾ ਗੁਰੂ ਘਰ ਆਉਣਾ ਕਿਸੇ ਮਨੋਰਥ ਨੂੰ ਰੱਖ ਕੇ ਹੁੰਦਾ। ਜੀਵਨ ਦੇ ਵਿੱਚ ਇਹ ਵੀ ਜੀਵਨ ਦਾ ਢੰਗ ਆ ਵੀ ਸਾਡੀ ਕੋਈ ਲੋੜ ਹੈ, ਸਾਨੂੰ ਕੋਈ ਉਪਜੀਵਿਕਾ ਚਾਹੀਦੀ ਹੈ, ਕੰਮ ਚਾਹੀਦਾ, ਜਾਂ ਸਾਡੇ ਜੀਵਨ ਦਾ ਮਨੋਰਥ ਹੈ, ਅਸੀਂ ਮਨੋਰਥ ਨੂੰ ਰੱਖ ਕੇ ਗੁਰੂ ਘਰ ਵੀ ਆਉਂਦੇ ਹਾਂ। ਜਦੋਂ ਤੱਕ ਸਾਡੇ ਜੀਵਨ ਦਾ ਉਹ ਮਨੋਰਥ ਪੂਰਾ ਹੋ ਜਾਂਦਾ, ਫਿਰ ਸਾਡਾ ਗੁਰੂ ਘਰ ਨਾਲ ਓਨਾ ਪ੍ਰੇਮ ਮਨੋਰਥ ਕਰਕੇ ਬਣਦਾ। ਦੂਜਾ ਗੁਰਦੇਵ ਜੀ ਨੇ ਵਚਨ ਕੀਤਾ ਕਿ ਕਈ ਪ੍ਰਾਣੀ ਐਵੇਂ ਹੁੰਦੇ ਨੇ, ਉਹਨਾਂ ਦੀ ਮਨ ਬਿਰਤੀ ਐਵੇਂ ਦੀ ਆ, ਉਹ ਗੁਰੂ ਕੇ ਦਰਬਾਰ ਵਿੱਚ ਆਉਂਦੇ ਨੇ, ਸੰਗਤ ਵਿੱਚ ਆਉਂਦੇ ਨੇ, ਉਹ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਸਤਸੰਗ ਕਰਦੇ ਨੇ, ਉਹਨਾਂ ਦੇ ਜੀਵਨ ਦਾ ਕੋਈ ਮਨੋਰਥ ਨਹੀਂ ਹੁੰਦਾ, ਪ੍ਰੇਮ ਹੁੰਦਾ, ਭਾਵਨਾ ਹੁੰਦੀ ਹੈ। ਐਸੇ ਜਿਹੜੇ ਪੁਰਸ਼ ਹੁੰਦੇ ਨੇ, ਗੁਰਦੇਵ ਜੀ ਕਹਿੰਦੇ ਉਹਨਾਂ ਦੇ ਜੀਵਨ ਦੇ ਅੱਗੇ ਮਾਲਕ ਦੀ ਕਿਰਪਾ ਨਾਲ ਕਈ ਸ਼ਕਤੀਆਂ, ਕਈ ਰਿੱਧੀਆਂ ਸਿੱਧੀਆਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਕਰਨੀ ਦਾ ਜਿਹੜਾ ਫਲ ਬਣ ਕੇ ਪ੍ਰਗਟ ਹੋ ਜਾਂਦੀਆਂ, ਉਹਨਾਂ ਦੇ ਸਾਹਮਣੇ ਆਉਣ ਲੱਗ ਪੈਂਦੀਆਂ। ਜਿਵੇਂ ਉਹਨਾਂ ਦੀ ਸਿਮਰਨ ਸੀ, ਸਾਧਨਾ ਸੀ, ਉਹ ਸ਼ਕਤੀਆਂ ਉਹਦੇ ਸਾਹਮਣੇ ਆ ਕੇ ਪ੍ਰਗਟ ਹੁੰਦੀਆਂ। ਅਤੇ ਕਈਆਂ ਦੀ ਬਿਰਤੀ ਉਹਨਾਂ ਸ਼ਕਤੀਆਂ ਦੇ ਵਿੱਚ ਵੀ ਟਿਕ ਜਾਂਦੀ ਹੈ। ਕਈਆਂ ਦੀ ਰਿੱਧੀ ਤੱਕ ਆ ਗਈ, ਕਈਆਂ ਦੀ ਸਿੱਧੀ ਤੱਕ ਚਲੀ ਗਈ, ਉਹਨਾਂ ਦੇ ਵਿੱਚ ਬਿਰਤੀ ਟਿਕ ਜਾਂਦੀ ਹੈ। ਇਹ ਵੀ ਜੀਵਨ ਬਣ ਜਾਂਦਾ ਉਹਨਾਂ ਦਾ। ਉਹਨੂੰ ਹੀ ਇੱਕ ਗੁਰੂ ਘਰ ਦੀ ਜਾਂ ਪਰਮਾਤਮਾ ਦੇ ਦਰ ਦੀ ਬਖਸ਼ਿਸ਼ ਸਮਝ ਲੈਂਦੇ ਨੇ ਵੱਡੀ। ਗੁਰਦੇਵ ਜੀ ਨੇ ਕਿਹਾ ਕਿ ਅਸਲੀ ਜੀਵਨ ਉਹ ਹੁੰਦਾ ਜਿਹੜਾ ਮਨੋਰਥ 'ਤੇ ਵੀ ਅੱਗੇ ਲੰਘ ਗਿਆ, ਜੇ ਰਿੱਧੀਆਂ ਸਿੱਧੀਆਂ ਮਿਲੀਆਂ ਉਹਦੇ 'ਤੇ ਵੀ ਅੱਗੇ ਲੰਘ ਗਿਆ, ਫਿਰ ਮਨ ਬਿਰਤੀ ਐਵੇਂ ਦੀ ਬਣ ਗਈ ਕਿ ਉੱਥੇ ਹੁੰਦਾ ਕਿ ਉਹ ਪਰਮਾਤਮਾ ਦੇ ਵਿੱਚ ਬਿਰਤੀ ਲੀਨ ਹੋਣ ਲੱਗ ਪੈਂਦੀ ਹੈ, ਅਭੇਦ ਹੋਣ ਲੱਗ ਪੈਂਦੀ ਹੈ। ਉਹਦੇ ਜੀਵਨ ਦੇ ਵਿੱਚ ਮੁਕਤ ਅਵਸਥਾ ਬਣਦੀ ਹੈ ਬਈ। ਉਹ ਮਾਲਕ ਦੇ ਰੂਪ ਦੇ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ। ਉਹ ਵੀ ਜੀਵਨ ਹੈ ਇੱਕ। ਤੁਸੀਂ ਗੁਰਬਾਣੀ ਦੇ ਵਿੱਚ ਇੱਥੇ ਜੀਵਨਾ ਸ਼ਬਦ ਹੈ, ਕਈ ਥਾਵਾਂ ਦੇ ਉੱਤੇ ਜਗ ਜੀਵਨ ਸ਼ਬਦ ਸੁਣਿਆ ਬਹੁਤ ਵਾਰ। ਪਰਮਾਤਮਾ ਦੇ ਵਾਸਤੇ ਵਰਤਿਆ ਜਾਂਦਾ ਕਿ ਸਾਰੇ ਜਗਤ ਦਾ ਉਹ ਜੀਵਨ ਹੈ। ਹਰ ਕਿਸੇ ਜਗਿਆਸੂ ਦੇ ਕੋਲ, ਸਿੱਖ ਦੇ ਕੋਲ ਜੀਣ ਦਾ ਜੇ ਉਚਿਤ ਢੰਗ ਆ ਤੇ ਜੀਵਨਾਂ ਦੇ ਵਿੱਚੋਂ ਜੀਵਨ ਹੈ ਉਹ। ਪਰ ਜੇ ਉਹਦੀ ਮਨ ਬਿਰਤੀ ਸਤਸੰਗ ਦੇ ਵਿੱਚ ਜਾ ਕੇ ਜੁੜ ਜਾਂਦੀ ਹੈ ਤਾਂ ਮਹਾਰਾਜ ਨੇ ਵਚਨ ਕਿਹਾ ਵੀ ਜੀਵਨਾਂ ਦੇ ਵਿੱਚੋਂ ਜੀਵਨ ਕਿ ਪਰਮਾਤਮਾ ਦਾ ਨਾਮ ਜਪਦਾ ਅਤੇ ਸਾਧ ਸੰਗਤ ਦੇ ਵਿੱਚ ਜਾ ਕੇ ਜਿਹੜੀ ਮਨ ਬਿਰਤੀ ਹੈ ਉਹ ਇਕਾਗਰ ਹੋ ਜਾਂਦੀ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਗ੍ਰੰਥੀ ਸਾਹਿਬਾਨ ਪਾਸੋਂ ਸ਼ਬਦ ਦਾ ਮੂਲ ਪਾਠ ਇਹ ਰਹਾਉ ਵਾਲੀਆਂ ਪੰਗਤੀਆਂ ਨੇ ਕਿ ਜੀਵਨ ਦੇ ਵਿੱਚੋਂ ਜੀਵਨ ਕੀ ਹੈ, ਇਹ ਸ਼ਬਦ ਦਾ ਆਧਾਰ ਹੈ। ਰਹਾਉ ਵਾਲੀਆਂ ਪੰਗਤੀਆਂ ਜਿਹੜੀਆਂ ਹੁੰਦੀਆਂ ਇਹ ਸ਼ਬਦ ਦਾ ਮੁੱਖ ਟੇਕ ਹੁੰਦੀ ਹੈ। ਬਾਕੀ ਸ਼ਬਦ ਇਸੇ 'ਤੇ ਹੀ ਉਦਾਹਰਤ ਉਚਾਰਨ ਕੀਤਾ ਹੈ। ਅਤੇ ਸਾਹਿਬ ਜੀ ਦੇ ਬਚਨ ਆਪ ਜੀ ਭਾਈ ਸਾਹਿਬਾਨ ਪਾਸੋਂ ਧਨਾਸਰੀ ਰਾਗ ਦੇ ਵਿੱਚੋਂ ਪੰਜਵੇਂ ਸਤਿਗੁਰੂ ਜੀ ਦਾ ਜਿਹੜਾ ਸ਼ਬਦ ਹੈ ਉਹਦਾ ਮੂਲ ਪਾਠ ਅਤੇ ਅੱਖਰੀ ਅਰਥ ਸਰਵਣ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਈ ਸਚ ਭੋਜਨ ਖਾਇਆ। ਤ੍ਰਿਪਤ ਸ਼ਬਦ ਜਿਹੜਾ ਜਦੋਂ ਉਦੋਂ ਵਰਤਿਆ ਜਾਂਦਾ ਜਦੋਂ ਕੋਈ ਰੱਜ ਜਾਏ, ਜਦੋਂ ਉਹਦੀ ਸੰਤੁਸ਼ਟੀ ਹੋ ਜਾਏ, ਉਹ ਤ੍ਰਿਪਤ ਸ਼ਬਦ ਵਰਤਿਆ ਜਾਂਦਾ। ਕਿ ਗੁਰਦੇਵ ਜੀ ਨੇ ਵਚਨ ਕੀਤਾ ਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਸੱਚਾ ਭੋਜਨ ਖਾਧਾ ਉਹ ਰੱਜ ਗਏ। ਸੱਚਾ ਭੋਜਨ ਖਾਧਾ ਉਹ ਰੱਜ ਗਏ। ਹੁਣ ਕਈ ਵਾਰੀ ਕਈ ਸਾਡੀ ਸੰਸਾਰੀ ਬਿਰਤੀਆਂ ਕਹਿੰਦੀਆਂ ਭਈ ਜਿਹੜਾ ਭੋਜਨ ਹੈ ਵੀ ਜੇ ਤੁਸੀਂ ਸਵੇਰੇ ਖਾਂਦੇ ਹੋ ਅਤੇ ਸ਼ਾਮ ਤੱਕ ਉਹ ਬੇਅਸਰ ਹੋ ਜਾਂਦਾ ਜਾਂ ਦੁਪਹਿਰ ਤੱਕ ਬੇਅਸਰ ਹੋ ਜਾਂਦਾ। ਦੂਜੇ ਭੋਜਨ ਦੀ ਗੱਲ ਚੱਲਦੀ ਹੈ, ਰਸ ਦੀ ਗੱਲ ਚੱਲਦੀ ਹੈ। ਅਤੇ ਇਸ ਵਾਸਤੇ ਉਹ ਕਿਹੜਾ ਭੋਜਨ ਹੈ ਜਿਹਨੂੰ ਛਕ ਕੇ ਇਨਸਾਨ ਦੀ ਜਿਹੜੀ ਬਿਰਤੀ ਹੈ ਉਹ ਤ੍ਰਿਪਤ ਹੋ ਜਾਂਦੀ ਹੈ। ਅਧਿਆਤਮਕ ਪੁਰਸ਼ਾਂ ਨੇ ਸਾਡੇ ਸਰੀਰ ਦੇ 5 ਜਿਹੜੇ ਕੋਸ਼ ਮੰਨੇ ਨੇ, ਉਹਦੇ ਵਿੱਚ ਇੱਕ ਕੋਸ਼ ਜਿਹੜਾ ਅੰਨਮਈ ਕੋਸ਼ ਆ, ਇੱਕ ਕੋਸ਼ ਜਿਹੜਾ ਮਨਮਈ ਕੋਸ਼ ਆ, ਇੱਕ ਵਿਗਿਆਨਮਈ ਕੋਸ਼ ਆ, ਇੱਕ ਹੈ ਪ੍ਰਾਣ ਜਿਹਦੇ ਵਿੱਚ ਸਰੀਰ 'ਚ ਪ੍ਰਾਣ ਹੈ ਉਹਨਾਂ ਚਿਰ ਜਾਨ ਹੈ, ਉਹਨਾਂ ਚਿਰ ਜਹਾਨ ਹੈ। ਇਹ ਸਵਾਸਾਂ ਦੀ ਪੂੰਜੀ ਜਿਹੜੀ ਇਹ ਭੋਜਨ ਹੈ। ਇੱਕ ਇਹਦੇ ਵਿੱਚ ਇੱਕ ਹੈ ਆਨੰਦਮਈ ਕੋਸ਼। ਇੱਥੇ ਇਹ ਆਨੰਦਮਈ ਕੋਸ਼ ਦੀ ਗੱਲ ਹੈ ਵੀ ਇੱਕ ਹੁੰਦਾ ਕਈ ਸਰੀਰਕ ਤਲ 'ਤੇ ਇੱਥੇ ਹੀ ਜੀਂਦੇ ਆ ਵੀ ਅਨਾਜ ਮਿਲ ਗਿਆ, ਰੋਟੀ ਪਾਣੀ ਮਿਲ ਗਈ ਅਤੇ ਬਸ ਠੀਕ ਚੱਲਦਾ ਹੈ ਕੰਮ ਸਾਰਾ। ਪ੍ਰਸ਼ਾਦ ਪਾਣੀ ਮਿਲ ਜਾਂਦਾ ਸਵੇਰੇ ਸ਼ਾਮੀ ਅਤੇ ਗੁਜ਼ਾਰਾ ਠੀਕ ਚੱਲਦਾ। ਅੰਨਮਈ ਕੋਸ਼ ਤੱਕ ਸੀਮਤ ਹੁੰਦੇ ਕਈ ਇਨਸਾਨ। ਇੱਕ ਹੁੰਦਾ ਵੀ ਮਨਮਈ ਕੋਸ਼ ਆ। ਆਪਾਂ ਕਹਿੰਦੇ ਵੀ ਇਹਦੀ ਮਤ ਬੁੱਧ ਕਿਵੇਂ ਦੀ ਹੈ, ਮਨ ਦੇ ਫੁਰਨੇ ਕਿਵੇਂ ਦੇ ਨੇ, ਮਨ ਦੇ ਸੰਕਲਪ ਕਿਵੇਂ ਦੇ ਨੇ। ਕਈ ਵਾਰ ਕਹਿ ਦਿੰਦੇ ਆ ਵੀ ਇਹ ਬੰਦਾ ਜਿਹੜਾ ਵੀ ਇਹਦਾ ਮਨ ਵਿੱਚ ਕੁਝ ਹੋਰ ਹੈ ਪਰ ਜ਼ਬਾਨ 'ਤੇ ਕੋਈ ਹੋਰ ਹੈ। ਇੱਕ ਹੈ ਕਿ ਵਿਗਿਆਨਮਈ ਕੋਸ਼। ਵਿਗਿਆਨਮਈ ਕੋਸ਼ ਹੁੰਦਾ ਵੀ ਜਿਵੇਂ ਅਸੀਂ ਦੁਨਿਆਵੀ ਤੌਰ 'ਤੇ ਜਿਵੇਂ ਸਕੂਲ ਕਾਲਜ ਯੂਨੀਵਰਸਿਟੀਆਂ ਇਹ ਪੜ੍ਹਦੇ ਹਾਂ। ਵਿਗਿਆਨਮਈ ਕੋਸ਼ ਆਤਮਕ ਗਿਆਨ ਹੁੰਦਾ ਵੀ ਜਿਵੇਂ ਗਿਆਨ ਦੀ ਅਵਸਥਾ ਜਿਹੜੀ ਪ੍ਰਗਟ ਹੋਈ ਤਾਂ ਗਿਆਨ ਦੀ ਅਵਸਥਾ ਦੇ ਵਿੱਚ ਸਾਡੀਆਂ ਮਨ ਬਿਰਤੀਆਂ ਬਦਲਦੀਆਂ। ਅਸੀਂ ਇਹ ਖੁਰਾਕਾਂ ਸਾਡੀਆਂ ਨਹੀਂ ਰਹਿ ਜਾਂਦੀਆਂ ਵੀ ਅਸੀਂ ਕਿਸੇ ਨਾਲ ਈਰਖਾ ਕਰਨੀ ਆ, ਕਿਸੇ ਦੀ ਚੁਗਲੀ ਨਿੰਦਿਆ ਕਰਨੀ ਆ। ਕਈਆਂ ਨੂੰ ਇਹ ਵੀ ਬੜਾ ਵੱਡਾ ਭੋਜਨ ਬਣਿਆ ਹੁੰਦਾ। ਜੇ ਗਿਆਨ ਦੀ ਅਵਸਥਾ ਪੈਦਾ ਹੋਈ ਹੈ, ਵਿਗਿਆਨਮਈ ਕੋਸ਼ ਹੈ, ਅਤੇ ਉਹਦੇ ਵਿੱਚ ਜ਼ਿੰਦਗੀ ਵਰਗਾ ਇੱਕ ਆਨੰਦ ਹੈ। ਇਹਨਾਂ ਸਾਰਿਆਂ ਨੂੰ ਜੀਵਨ ਵਾਸਤੇ ਅੰਨਮਈ ਕੋਸ਼ ਨੂੰ, ਮਨਮਈ ਕੋਸ਼ ਨੂੰ, ਵਿਗਿਆਨਮਈ ਕੋਸ਼ ਨੂੰ, ਇੱਕ ਪ੍ਰਾਣਮਈ ਕੋਸ਼ ਹੈ। ਪ੍ਰਾਣ ਹੈ ਕਿ ਸਰੀਰ ਦੇ ਵਿੱਚ ਸਵਾਸ ਨੇ, ਅਤੇ ਫਿਰ ਅਨਾਜ ਦੀ ਵੀ ਲੋੜ ਹੈ, ਮਨੋਰਥਾਂ ਦੀ ਲੋੜ ਹੈ। ਪ੍ਰਾਣਾਂ ਤੋਂ ਬਿਨਾਂ ਜੀਵਨ ਹੀ ਨਹੀਂ ਹੈ। ਅਤੇ ਦੂਸਰਾ ਹੈ ਆਨੰਦਮਈ ਕੋਸ਼। ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਆਨੰਦਮਈ ਕੋਸ਼ ਹੈ ਉਹ ਇਹਨਾਂ ਸਾਰੀਆਂ ਬਿਰਤੀਆਂ 'ਤੇ ਅੱਗੇ ਜਾ ਕੇ ਪ੍ਰਗਟ ਹੁੰਦਾ ਕਿ ਅਨਾਜ ਦੀ ਵੀ ਜਿਹਦੇ ਵਿੱਚ ਤ੍ਰਿਪਤੀ ਹੋ ਗਈ, ਮਨ ਦੇ ਸੰਕਲਪ ਜਿਹੜੇ ਉਹ ਵੀ ਪੂਰੇ ਹੋਏ, ਵਿਗਿਆਨ ਵੀ ਪੂਰਾ ਹੋਇਆ, ਪ੍ਰਾਣ ਵੀ ਸਫਲੇ ਹੋ ਗਏ। ਇਸੇ ਤਰ੍ਹਾਂ ਦੇ ਨਾਲ ਜਿਹੜਾ ਆਨੰਦਮਈ ਕੋਸ਼ ਹੈ ਉਹ ਜੀਵਨ ਦੀ ਸਫਲ ਅਵਸਥਾ ਹੈ। ਗੁਰੂ ਮਹਾਰਾਜ ਜੀ ਨੇ ਇਸ ਵਾਸਤੇ ਬਚਨ ਕੀਤਾ ਵੀ ਤ੍ਰਿਪਤ ਪਈ ਸੱਚ ਭੋਜਨ ਖਾਇਆ। ਜੀਵਨ ਦੇ ਵਿੱਚ ਸੰਤੁਸ਼ਟੀ ਹੋਈ ਜਦੋਂ
ਗੁਰੂ ਕੇ ਵਾਕ ਦੇ ਰਾਹੀਂ ਬਿਰਤੀ ਬ੍ਰਹਮ ਦੇ ਵਿੱਚ ਲੀਨ ਹੋਈ। ਅਧਿਆਤਮਕਤਾ ਇਸ ਗੱਲ ਨੂੰ ਮੰਨਦੀ ਹੈ ਕਿ ਸਾਡੇ ਜੀਵਨ ਦਾ ਜਿਹੜਾ ਮਨੋਰਥ ਹੈ, ਤ੍ਰਿਪਤੀ ਜਿਹੜੀ ਹੈ, ਜਿਸ ਤੋਂ ਸਾਡਾ ਜਨਮ ਹੋਇਆ ਉੱਥੇ ਹੀ ਹੋ ਸਕਦੀ ਹੈ। ਉੱਦਾਂ ਅਨਾਜਮਈ ਦੀ ਕੋਸ਼ ਦੇ ਵਿੱਚ ਵੀ ਜਿਵੇਂ ਇੱਕ ਬੱਚਾ ਰੋਂਦਾ ਹੈ ਅਤੇ ਉਹਨੂੰ ਮਾਂ ਦਾ ਸ਼ੀਰ ਦੁੱਧ ਮਿਲ ਜਾਂਦਾ, ਚੁੱਪ ਕਰ ਜਾਂਦਾ, ਮਾਂ ਨੂੰ ਹੁੰਦਾ ਵੀ ਬੱਚਾ ਚੁੱਪ ਕਰ ਗਿਆ। ਵੱਡੇ ਬੰਦੇ ਦੀਆਂ ਵੀ ਜੀਵਨ ਦੀਆਂ ਲੋੜਾਂ ਨੇ, ਵੱਖ-ਵੱਖ ਲੋੜਾਂ ਲਈ ਉਹ ਆਪਣੇ ਜੀਵਨ ਦਾ ਸੰਘਰਸ਼ ਕਰਦਾ। ਪਰ ਜੇ ਗੁਰੂ ਕੀ ਬਾਣੀ ਦੀ ਟੇਕ ਮਿਲ ਜਾਂਦੀ ਹੈ, ਆਸਰਾ ਮਿਲਦਾ ਹੈ, ਫਿਰ ਉਹਦੇ ਅੰਦਰੋਂ ਤ੍ਰਿਸ਼ਨਾ ਵਰਗੇ, ਲੋਭ ਵਰਗੇ ਔਗਣ ਜਿਹੜੇ ਮਿਟਦੇ, ਉਹਨੂੰ ਆਪਾਂ ਤ੍ਰਿਪਤ ਕਹਿ ਲੈਂਦੇ ਹਾਂ ਵੀ ਅੰਦਰ ਤ੍ਰਿਸ਼ਨਾ ਨਹੀਂ ਰਹੀ, ਲੋਭ ਨਹੀਂ ਰਿਹਾ, ਹੰਕਾਰ 'ਤੇ ਵੀ ਮੁਕਤ ਹੋਇਆ, ਦੁਨਿਆਵੀ ਮੋਹ ਦੇ ਵਿੱਚ ਵੀ ਪਿੱਛੇ ਨਹੀਂ ਭਟਕਦਾ ਹੈ। ਇਸ ਵਾਸਤੇ ਇਹ ਜਿਹੜੇ ਕੋਸ਼ ਨੇ, ਇਹ ਤ੍ਰਿਪਤੀ ਜਦੋਂ ਹੁੰਦੀ ਹੈ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਸੱਚੇ ਭੋਜਨ ਨਾਲ ਹੁੰਦੀ ਹੈ। ਜਦੋਂ 2001 ਸੰਨ ਦੀ ਗੱਲ ਹੈ, ਉਦੋਂ ਦਾਸ ਵਿਦਿਆਰਥੀ ਰੂਪ ਦੇ ਵਿੱਚ ਹੁੰਦਾ ਸੀ ਅਤੇ ਇੱਥੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਵਿਸ਼ੇਸ਼ ਤੌਰ 'ਤੇ ਕਥਾ ਕਰਿਆ ਕਰਦੇ ਸੀ। ਉਹਨਾਂ ਨੇ ਇੱਕ ਇਹਦਾ ਅਨੁਵਾਦ ਇਵੇਂ ਵੀ ਕਰਦੇ ਸੀ ਕਿ ਕਈ ਵਾਰੀ ਇਵੇਂ ਹੁੰਦਾ, ਅਸੀਂ ਤਨ ਦੇ ਭੋਜਨ ਦੇ ਨਾਲ ਮਨ ਨੂੰ ਤ੍ਰਿਪਤ ਕਰਨ ਦਾ ਯਤਨ ਕਰਨੇ ਆ। ਇਹ ਆਪਾਂ ਪਦਾਰਥ ਖਾਈ ਜਾਂਦੇ ਹਾਂ, ਪੈਸਾ ਵੀ ਜਿਹੜਾ ਜਿੰਨਾ ਮਰਜ਼ੀ ਕੋਲ ਆ ਜਾਏ ਤਾਂ ਬੰਦਾ ਰੱਜਦਾ ਨਹੀਂ। ਉਹਦਾ ਕਾਰਨ ਹੁੰਦਾ ਵੀ ਅਸੀਂ ਮਨ ਨੂੰ ਖੁਰਾਕ ਦਿੰਦੇ ਨਹੀਂ ਅਤੇ ਤਨ ਦੀ ਖੁਰਾਕ ਨਾਲ ਮਨ ਨੂੰ ਤ੍ਰਿਪਤ ਕਰਨਾ ਚਾਹੁੰਦੇ ਹਾਂ, ਫਿਰ ਅਸੀਂ ਤ੍ਰਿਪਤ ਨਹੀਂ ਹੁੰਦੇ। ਉਹ ਇਨਸਾਨ ਜਿਹੜੇ ਨੇ ਜ਼ਿੰਦਗੀ ਭਰ ਤ੍ਰਿਪਤ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਸਾਰੇ ਸੰਸਾਰ ਨੂੰ ਉਪਦੇਸ਼ ਦੇ ਕੇ ਇੱਕ ਓਅੰਕਾਰ ਨਾਲ ਜੋੜ ਕੇ ਬਾਅਦ ਵਿੱਚ ਗੁਰੂ ਜੀ ਨੇ ਖੇਤੀ ਕੀਤੀ ਹੈ, ਕਿਰਤ ਕੀਤੀ ਹੈ। ਇਹ ਸਾਨੂੰ ਬੜੀ ਅਜੀਬ ਅਚਰਜ ਗੱਲ ਵੀ ਮਹਾਰਾਜ ਦੁਨੀਆ ਦੇ ਪੈਗੰਬਰਾਂ ਦੇ ਵਿੱਚੋਂ ਪਹਿਲੇ ਉਹ ਪੈਗੰਬਰ ਜਿਨ੍ਹਾਂ ਹਲ ਚਲਾਇਆ, ਖੇਤ ਵਾਹਿਆ, ਉਹਨਾਂ ਦੀ ਇਹ ਤਮੰਨਾ ਉਹਨਾਂ ਦੇ ਪਿਤਾ ਜੀ ਦੀ ਪਹਿਲੀ ਉਮਰ 'ਚ ਸੀਗੀ ਵੀ ਪਹਿਲੀ ਉਮਰ 'ਚ ਇਹ ਕੰਮ ਕਰਦੇ ਵੀ ਇਵੇਂ ਦਾ ਖੇਤੀ ਕਰਦੇ ਜਾਂ ਵਪਾਰ ਕਰਦੇ ਜਾਂ ਕੁਛ। ਇਸ ਵਾਸਤੇ ਜਦੋਂ ਉਹਨਾਂ ਹਲ ਚਲਾਇਆ, ਹੁਣ ਜਿਹੜੇ ਲੋਕ ਘਰ-ਬਾਰ ਛੱਡ ਕੇ ਲੋਕਾਂ ਕੋਲ ਮੰਗ ਕੇ ਖਾਂਦੇ ਸੀ ਅਤੇ ਗੁਰੂ ਜੀ ਦੇ ਜੀਵਨ 'ਤੇ ਥੋੜ੍ਹੇ ਥੋੜ੍ਹੇ ਪ੍ਰਭਾਵਿਤ ਸੀ, ਭੇਖ ਅਤੇ ਪਖੰਡ ਦੇ ਵਿੱਚ ਸੀ। ਉਹਨਾਂ ਕਿਹਾ ਵੀ ਜੇ ਬਾਬੇ ਨੇ ਹਲ ਚਲਾਉਣਾ ਸ਼ੁਰੂ ਕਰਤਾ ਤਾਂ ਜਾਂ ਸਾਨੂੰ ਵੀ ਵਾਹੁਣਾ ਪੈਣਾ, ਕੋਈ ਕੰਮ ਕਰਕੇ ਖਾਣਾ ਪੈਣਾ। ਤਾਂ ਕਿਉਂ ਨਾ ਮਹਾਰਾਜ ਦੇ ਬਾਰੇ ਇਸ ਤਰ੍ਹਾਂ ਦੀ ਵਾਰਤਾ ਕੀਤੀ ਜਾਏ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੀ ਧਾਰਨਾ ਸਿਧਾਂਤ ਬਦਲੇ ਆ। ਉਹਨਾਂ ਲੋਕਾਂ ਦੇ ਮਨ 'ਚ ਇਹ ਗੱਲ ਆਈ ਸੀ। ਮਹਾਰਾਜ ਨੇ ਫਸਲ ਬੀਜੀ, ਸਭ ਤੋਂ ਧਰਤੀ ਤੇ ਪ੍ਰਿਥਵੀ ਦੇ ਉੱਤੇ ਉੱਤਮ ਜੇ ਚੀਜ਼ ਆ ਕੋਈ ਕਿਰਤ ਵਿੱਚ, ਉਹ ਕਿਸਾਨ ਹੁੰਦਾ, ਅੰਨਦਾਤਾ, ਜਿਹੜਾ ਅੱਜ ਸਰਹੱਦਾਂ 'ਤੇ ਬੈਠਾ, ਜਿਹੜਾ ਕਈਆਂ ਨੂੰ ਅਨਾਜ ਜਿਹੜਾ ਕਈ ਪਸ਼ੂ ਪੰਛੀ ਵੀ ਖਾ ਜਾਂਦੇ ਨੇ, ਰੱਜ ਜਾਂਦੇ ਨੇ, ਉਹਨੂੰ ਪਰਵਾਹ ਨਹੀਂ ਹੁੰਦੀ। ਉਹਦਾ ਭੰਡਾਰਾ ਜਿਹੜਾ ਖੁੱਲ੍ਹੇ ਮੈਦਾਨ ਵਿੱਚ ਹੁੰਦਾ। ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੇਤੀ ਕੀਤੀ, ਉਹਨਾਂ ਆਪਣੀ ਫਸਲ ਬੀਜੀ। ਫਸਲ ਬੀਜਣ ਤੋਂ ਬਾਅਦ ਇੱਥੇ ਬਟਾਲੇ ਦੇ ਨੇੜੇ ਇੱਕ ਅਚਲੇਸ਼ਵਰ ਜਗ੍ਹਾ ਹੈ, ਮਹਾਰਾਜ ਉੱਥੇ ਆਏ। ਅਕਸਰ ਮਹਾਰਾਜ ਉਹਨਾਂ ਥਾਵਾਂ 'ਤੇ ਜਾਂਦੇ ਸੀ। ਰਹਿਤ ਮਰਜ਼ਾਦਾ ਇਸ ਗੱਲ ਨੂੰ ਮੰਨਦੀ ਹੈ ਵੀ ਜਿੱਥੇ ਵੀ ਕਿਤੇ ਭੀੜ, ਇਕੱਤਰਤਾ, ਇਕੱਠ ਹੋਵੇ, ਜੇ ਤੁਸੀਂ ਉਹਨੂੰ ਚੰਗੇ ਕਾਰਜ ਲਈ ਗੁਰਮਤਿ ਦੇ ਸਿਧਾਂਤ ਦੇ ਵਾਸਤੇ ਵਰਤ ਲੈਂਦੇ ਹੋ
ਤੁਸੀਂ ਸਹੀ ਦਿਸ਼ਾ ਦੇ ਵਿੱਚ ਹੋ, ਕਿਉਂਕਿ ਇਹ ਸਤਸੰਗੀ ਇੱਕ ਰੂਪ ਹੈ। ਮਹਾਰਾਜ ਜੀ ਉਚੇਚ ਕਰਕੇ ਸੁਤੇ ਸਿੱਧ ਹੀ ਉਹ ਆਏ। ਉਦੋਂ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਵੀ ਉਹ ਸਰੀਰ ਤਿਆਗ ਚੁੱਕੇ ਸੀ, ਇਕੱਲੇ ਸੀ ਉਹ। ਉਹਨਾਂ ਨੇ ਜਿਹੜੇ ਵਸਤਰ ਸੀ ਨਾ ਸਰੀਰ 'ਤੇ, ਉਹ ਪ੍ਰਚਾਰਕਾਂ ਵਾਲੇ ਨਹੀਂ ਸੀ, ਉਹਨਾਂ ਦੇ ਵਸਤਰ ਕਿਸਾਨਾਂ ਵਾਲੇ ਸੀਗੇ। ਜਦੋਂ ਉਹਨਾਂ ਨੇ ਅਚਲ ਸਾਹਿਬ ਦੇ ਅੰਦਰ, ਅਚਲ ਸਾਹਿਬ ਬਾਅਦ 'ਚ ਬਣਿਆ, ਉਦੋਂ ਅਚਲੇਸ਼ਵਰ ਜਗ੍ਹਾ ਸੀ, ਮਹਾਰਾਜ ਜੀ ਨੇ ਉੱਥੇ ਚਰਨ ਪਾਏ। ਅਤੇ ਇਹਨਾਂ ਦਿਨਾਂ ਦੇ ਵਿੱਚ ਕਈ ਉਹ ਲੋਕ ਵੀ ਜਿਹੜੇ ਸੀ, ਰਹਿੰਦੇ ਤੇ ਪਹਾੜਾਂ ਦੇ ਵਿੱਚ ਸੀ, ਰਹਿੰਦੇ ਤੇ ਕੰਦਰਾਂ ਦੇ ਵਿੱਚ ਸੀ, ਰਹਿੰਦੇ ਤੇ ਸਮਾਜ ਤੋਂ ਦੂਰੀ ਦੇ ਉੱਤੇ ਸੀ। ਪਰ ਜਦੋਂ ਕੋਈ ਮੇਲਾ ਹੁੰਦਾ ਸੀ ਤਾਂ ਉਹ ਧਨ ਇਤਿਆਦਿਕ ਇਕੱਠਾ ਕਰਨ ਲਈ, ਆਪਣੀ ਭੁੱਖ ਜ਼ਾਹਰ ਕਰਨ ਵਾਸਤੇ ਆਪਣੇ ਠੂਠੇ ਲੋਟੇ ਲੈ ਕੇ ਉੱਥੇ ਆ ਕੇ ਲੋਕਾਂ ਦੇ ਕੋਲੋਂ ਥੋੜ੍ਹਾ ਬਹੁਤਾ ਗੁਰਾਹ ਗੁਰੂ ਕੇ ਫਿਰ ਆਪਣਾ ਆਨੰਦਮੰਦ ਕਰਕੇ ਆਪਣੀਆਂ ਪਿੱਠਾਂ 'ਤੇ ਫੇਰੇ, ਹੱਥ 'ਤੇ ਫਿਰ ਚੜ੍ਹ ਕੇ ਜਾ ਕੇ ਪਹਾੜਾਂ 'ਤੇ ਗੁਰੂ ਜੀ ਆਏ। ਥੋੜ੍ਹਾ ਜਿਹਾ ਦ੍ਰਿਸ਼ਟਾਂਤ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਦੇਣਾ ਚਾਹਾਂਗਾ, ਕਿਉਂਕਿ ਜਿਸ ਸਥਾਨ 'ਤੇ ਦਾਸ ਦੀ ਡਿਊਟੀ ਹੈ, ਉਸ ਸਥਾਨ 'ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੇ ਪ੍ਰਚਾਰਕ ਬਣ ਕੇ ਗਏ ਨਾ, ਪਿਪਲੀ ਸਾਹਿਬ। ਉੱਥੋਂ ਦਾ ਇਤਿਹਾਸ ਹੈ। ਠੀਕ ਹੈ, ਗੱਲ ਵੱਖਰੀ ਹੈ, ਪਾਕਿਸਤਾਨ ਬਣਿਆ, ਹੱਦ ਬਣੀ ਆ। ਅੱਜ ਪਿਪਲੀ ਸਾਹਿਬ ਜਿਹੜਾ ਸਥਾਨ ਹੈ ਉਹ ਅਦ੍ਰਿਸ਼ ਜਿਹਾ ਹੀ ਹੋਇਆ ਜਾਪਦਾ, ਪਰ ਗੁਰੂ ਰਾਮਦਾਸ ਮਹਾਰਾਜ ਨੇ ਪਿਪਲੀ ਸਾਹਿਬ ਸਥਾਨ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਡਿਓੜੀ ਦਾ ਮਾਣ ਦਿੱਤਾ ਹੋਇਆ। ਉਹਦਾ ਮੁੱਖ ਸ਼੍ਰੀ ਹਰਿਮੰਦਰ ਸਾਹਿਬ ਨੂੰ ਕਰਕੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਮਹਾਰਾਜ ਨੇ ਦੂਜਾ ਸਥਾਨ ਸੰਗਤਾਂ ਦੇ ਠਹਿਰਾਓ ਵਾਸਤੇ ਪਿਪਲੀ ਸਾਹਿਬ ਨਿਰਮਾਣ ਕਰਵਾਇਆ। 3 ਗੁਰੂ ਸਾਹਿਬਾਨ ਦੇ ਚਰਨ ਪਏ ਉੱਥੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸੁਨ ਮੇਲਾ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਲੱਗੀ ਬਰਸ਼ਨ ਲਖਮੀ, ਰਿੱਧ ਸਿੱਧ ਨਵ ਨਿੱਧ ਸਵਾਈ। ਮਹਾਰਾਜ ਜੀ ਸ਼ਿਵਰਾਤ ਦਾ ਮੇਲਾ ਸੁਣ ਕੇ ਅਚਲ ਬਟਾਲੇ ਆਏ। ਉਹਨਾਂ ਦੇ ਆਲੇ ਦੁਆਲੇ ਜਿਹੜੇ ਸ਼ਰਧਾਲੂ ਸੀ, ਉਹਨਾਂ ਨੇ ਉਹਨਾਂ 'ਤੇ ਪ੍ਰਭਾਵਿਤ ਜ਼ਿਆਦਾ ਸੀ। ਉਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਨਮਾਨ ਮਾਨ ਸਾਰੇ ਉਹਨਾਂ ਨੂੰ ਹੀ ਮਿਲਣ ਲੱਗ ਪਿਆ। ਅਤੇ ਜਿਹਨਾਂ ਨੇ ਲੈਣਾ ਸੀ ਮਾਣ ਦੇ, ਜਿਹੜੇ ਭੁੱਖੇ ਸੀ, ਉਹਨਾਂ ਨੇ ਵੇਖਿਆ ਵੀ ਇਹ ਤਾਂ ਸਾਰਾ ਦਾ ਸਾਰਾ ਕੰਮ ਸਾਡਾ ਇਹਨਾਂ ਨੇ ਖ਼ਤਮ ਕਰ ਦੇਣਾ। ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਉਹ ਨਾਲ ਉਹਨਾਂ ਨੇ ਸੰਵਾਦ ਕਰਨਾ ਚਾਹਿਆ ਸੀ ਉਹਨਾਂ ਨੇ ਮਹਾਰਾਜ ਦੇ। ਅਤੇ ਜਦੋਂ ਸਤਿਗੁਰੂ ਜੀ ਨਾਲ ਸੰਵਾਦ ਕੀਤਾ, ਉਹਨਾਂ ਦੇ ਵਿੱਚ ਭੰਗਰਨਾਥ ਇੱਕ ਜੋਗੀ ਸੀ। ਉਹਨਾਂ ਨੇ ਕਿਹਾ ਕਿ ਭੇਖ ਉਤਾਰ ਉਦਾਸ ਦਾ ਵੱਤ ਕਿਉਂ, ਸੰਸਾਰੀ ਰੀਤ ਚਲਾਈ, ਬਾਬਾ ਆਖੇ ਭੰਗਰਨਾਥ ਤੇਰੀ ਮਾਊ ਕੁਚੱਜੀ ਆਹੀ। ਤੂੰ ਕਿਹਦੇ ਕੋਲੋਂ ਗਿਆਨ ਪ੍ਰਾਪਤ ਕੀਤਾ? ਤੈਨੂੰ ਜਿਹਨੇ ਸਮਝ ਨਹੀਂ ਦਿੱਤੀ ਵੀ ਗਿਆਨਵਾਨ ਬੰਦਾ ਮੰਗਤਾ ਨਹੀਂ ਹੁੰਦਾ, ਗਿਆਨਵਾਨ ਬੰਦਾ ਸੰਪੂਰਨ ਹੁੰਦਾ। ਉਹ ਕਿਸੇ ਨੂੰ ਦਿੰਦਾ, ਮੰਗਦਾ ਨਹੀਂ। ਤੁਸੀਂ ਮੰਗਤੇ ਹੋ। ਮਹਾਰਾਜ ਜੀ ਨੇ ਉਹਨਾਂ ਨੂੰ ਵਾਕ ਕੀਤਾ, ਹੋਏ ਅਤੀਤ ਗ੍ਰਸਤ ਤਜ ਕਿ ਫਿਰ ਮਹਾਰਾਜ ਕਹਿੰਦੇ, ਫਿਰ ਉਹਨੂੰ ਕੇ ਕਰ ਮੰਗਣ ਜਾਏ ਅਤੇ ਘਰ-ਬਾਰ ਤੁਸੀਂ ਛੱਡਿਆ। ਫਿਰ ਜਿਨ੍ਹਾਂ ਦਾ ਘਰ-ਬਾਰ ਛੱਡਿਆ, ਉਹਨਾਂ ਦੇ ਘਰ ਠੂਠੇ ਲੈ ਕੇ ਮੰਗਣ ਜਾਂਦੇ ਹੋ। ਤਾਂ ਮਹਾਰਾਜ ਨੇ ਕਿਹਾ, ਜਿਹੜਾ ਅਸੀਂ ਫਸਲ ਬੀਜੀ ਆ ਨਾ, ਕਿਸਾਨ ਆ, ਅਸੀਂ ਵੰਡ ਕੇ ਖਾਣ ਵਾਲੇ ਹਾਂ, ਉਹਨਾਂ 'ਚ ਅਸੀਂ ਆਉਂਦੇ ਹਾਂ। ਇਵੇਂ ਦਾ ਹੋਇਆ। ਗੁਰੂ ਕੇ ਸਿੱਖਾਂ ਨੇ ਅੰਦੋਲਨਾਂ ਦੇ ਵਿੱਚ ਹੋਇਆ, ਲੰਗਰ ਵੰਡਿਆ। ਕਈ ਐਵੇਂ ਦਾ ਅੰਦੋਲਨ ਵੀ ਨਹੀਂ ਹੁੰਦਾ। ਤਾਂ ਮਹਾਰਾਜ ਦੇ ਸਿੱਖਕ ਜਿਹੜੇ ਵੀ ਕਿਰਤੀ ਨੇ, ਉਹਨਾਂ ਨੂੰ ਮਹਾਰਾਜ ਨੇ ਦਾਤ ਦਿੱਤੀਆਂ। ਗੁਰੂ ਘਰਾਂ ਵਿੱਚ ਲੰਗਰ ਹੈ, ਕਿੰਨੇ ਕਿੰਨੇ ਨਾਮ ਬਾਣੀ ਤੇ ਉਪਰੰਤ ਮਹਾਰਾਜ ਕਹਿੰਦੇ ਤ੍ਰਿਪਤ ਹੋ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭੋਜਨ ਹੈ। ਮਨ ਤਨ ਰਸਨਾ ਨਾਮ ਧਿਆਇਆ। ਫਿਰ ਉਹਨਾਂ ਨੇ ਕਿਰਤ ਕਰੀ ਹੈ, ਵੰਡ ਕੇ ਛਕਦੇ ਨੇ, ਮਨ ਕਰਕੇ, ਤਨ ਕਰਕੇ, ਰਸਨਾ ਕਰਕੇ ਉਹ ਪਰਮਾਤਮਾ ਦਾ ਨਾਮ ਜਪਦੇ ਹਨ। ਜੀਵਨਾ ਹਰ ਜੀਵਨਾ, ਜੀਵਨਾਂ ਦੇ ਵਿੱਚੋਂ ਇਹ ਇੱਕ ਜੀਵਨ ਹੈ ਭਾਈ, ਜੀਵਨਾਂ ਦੇ ਵਿੱਚੋਂ ਜੀਵਨ ਹੈ। ਇਹ ਜਿਹੜਾ ਇੰਨਾ ਆਤਮ ਨਿਰਭਰ ਹੈ, ਉਹ ਦੂਸਰਿਆਂ ਦੇ ਵਾਸਤੇ ਪ੍ਰੇਰਨਾ ਦਾ ਕਾਰਨ ਬਣਦਾ ਹੈ। ਜੀਵਨ ਹਰ
ਹਰ ਜਪ ਸਾਧ ਸੰਗ। ਇਸ ਤਰ੍ਹਾਂ ਜੀਵੋ ਕਿ ਪਰਮਾਤਮਾ ਦਾ ਨਾਮ ਲਓ, ਜਿਸ ਨੇ ਸਾਨੂੰ ਜਨਮ ਦਿੱਤਾ, ਜਿਸ ਨੇ ਸਾਡੇ 'ਤੇ ਬਰਕਤਾਂ ਕੀਤੀਆਂ। ਜੇ ਤੁਸੀਂ ਸਾਧ ਸੰਗਤ ਦੇ ਵਿੱਚ ਜਾ ਕੇ ਜਪਨੇ ਹੋ, ਸਾਧ ਸੰਗਤ ਦੇ ਵਿੱਚ ਜਾ ਕੇ ਵਿਰਾਜਨੇ ਹੋ, ਤੇ ਇਹਦੇ 'ਤੇ ਵੱਡੀ ਭਾਗਾਂ ਵਾਲੀ ਗੱਲ ਨਹੀਂ ਕੋਈ। ਤੁਸੀਂ ਗੁਰੂ ਕੇ ਸਿੱਖਾਂ ਦੇ ਵਿੱਚ ਜਾ ਕੇ ਵਿਰਾਜਨੇ ਹੋ। ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ। ਜਿਨ੍ਹਾਂ ਨੇ ਸਤ ਸੰਗ ਦੇ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ ਸਮਝ ਲਓ ਆਪਣੇ ਸਰੀਰ 'ਤੇ ਅਨੇਕਾਂ ਹੀ ਤਰ੍ਹਾਂ ਦੇ ਬਸਤਰ ਪਾਏ ਨੇ। ਉਹ ਕਿਵੇਂ ਦੇ ਬਸਤਰ ਨੇ ਭਾਈ? ਸਤ, ਸੰਤੋਖ, ਧਰਮ, ਦਇਆ, ਵਿਚਾਰ, ਖਿਮਾ ਦੇ ਬਸਤਰ ਧਾਰਨ ਕੀਤੇ ਨੇ ਉਹਨਾਂ ਨੇ। ਉਹਨਾਂ ਦੇ ਸਰੀਰ ਜਿਹੜੇ ਨੇ ਗੁਰੂ ਕੇ ਉਪਦੇਸ਼ ਦੇ ਦੁਆਰਾ ਗਿਆਨ ਦੇ ਨਾਲ ਸਜੇ ਹੋਏ ਨੇ। ਆਨ ਦਿਨ ਕੀਰਤਨ ਹਰ ਗੁਣ ਗਾਏ। ਉਹਨਾਂ ਨੇ ਦਿਨੇ ਰਾਤ ਹੀ ਪਰਮਾਤਮਾ ਦੀ ਕੀਰਤੀ ਕਰਦੇ ਨੇ, ਉਹਦੇ ਗੁਣਾਂ ਨੂੰ ਗਾਇਨ ਕਰਦੇ ਨੇ। ਉਹ ਇੱਕ ਜੀਵਨਾਂ ਦੇ ਵਿੱਚੋਂ ਜੀਵਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਇੱਕ ਸਿੱਖ ਦੇ ਵਿੱਚ ਇਹ ਉਦਮ ਹੁੰਦਾ, ਇੱਕ ਸਿੱਖ ਦੇ ਵਿੱਚ ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਉਹ ਅੰਮ੍ਰਿਤ ਵੇਲੇ ਉੱਠਦਾ ਔਰ ਉੱਠ ਕੇ ਗੁਰੂ ਕੇ ਸ਼ਬਦ ਦੇ ਵਿੱਚ ਜੁੜ ਜਾਂਦਾ, ਨਿਤਨੇਮ ਦੇ ਵਿੱਚ ਜੁੜਦਾ। ਅੰਮ੍ਰਿਤ ਵੇਲੇ ਉਹਦਾ ਪ੍ਰੇਮ ਹੈ ਗੁਰੂ ਨਾਲ, ਪਰਮਾਤਮਾ ਨਾਲ ਗਾਇਨ ਕਰਦਾ ਹੈ। ਪ੍ਰਭਾਤ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ। ਹਸਤੀ ਰਥ ਆਸ ਅਸਵਾਰੀ। ਉਹਦੇ ਜੀਵਨ ਦੇ ਵਿੱਚ ਜਿਵੇਂ ਕੋਈ ਬੰਦਾ ਇਹਨੂੰ ਪੁਰਾਤਨ ਜਿਹੜੀਆਂ ਸਵਾਰੀਆਂ ਮੰਨੇ ਜਾਂਦੇ ਕਿ ਹਾਥੀ 'ਤੇ ਸਵਾਰੀ ਕਰਨੀ ਬੜੀ ਵਿਸ਼ੇਸ਼ ਮੰਨੀ ਜਾਂਦੀ ਹੈ। ਪੁਰਾਤਨ ਰੱਥ 'ਤੇ ਸਵਾਰ ਹੋਣਾ ਬੜਾ ਉੱਤਮ ਮੰਨਿਆ ਜਾਂਦਾ, ਜਾਂ ਕਿ ਇਹਨੂੰ ਘੋੜੇ ਦੀ ਸਵਾਰੀ ਮਿਲੇ, ਇਹ ਬੜੀ ਸ਼੍ਰੇਸ਼ਟ ਸਵਾਰੀਆਂ ਨੇ। ਇਹ ਜਿਹੜੀਆਂ ਸਵਾਰੀਆਂ ਇਹ ਇੱਕ ਪ੍ਰਕਾਰ ਨਾਲ ਮੰਨਣ ਤੋਂ ਬਾਅਦ ਵੀ ਜੇ ਮਨੁੱਖ ਦੇ ਜੀਵਨ 'ਚ ਪਰਮਾਤਮਾ ਦਾ ਨਾਮ ਨਹੀਂ, ਇਹ ਸਵਾਰੀਆਂ ਉਹ ਕੋਈ ਬਹੁਤ ਸ਼੍ਰੇਸ਼ਟ ਨਹੀਂ ਹੈ। ਪਰ ਜਿਸ ਨੇ ਬ੍ਰਹਮ ਦੇ ਨਾਮ ਦੇ ਵਿੱਚ ਜਿਹੜਾ ਟਿਕਿਆ, ਉਹਨੇ ਮੰਨ ਲਓ ਇਹ ਸਾਰੇ ਤਰ੍ਹਾਂ ਦੀਆਂ ਸਵਾਰੀਆਂ ਦਾ ਆਨੰਦ ਮਾਣਿਆ। ਉਹਦੀ ਸੁਰਤ ਜਿਹੜੀ ਹੈ ਇੰਨੀ ਉੱਚੀ ਇਵੇਂ ਦੀ ਅਵਸਥਾ ਦੇ ਵਿੱਚ ਹੁੰਦੀ ਹੈ, ਉਹਦੇ ਅੰਦਰ ਕਿਸੇ ਚੀਜ਼ ਦੀ ਹੋਰ ਕਾਮਨਾ ਨਹੀਂ ਰਹਿ ਜਾਂਦੀ। ਹਰ ਕਾ ਮਾਰਗ ਹਿਰਦੈ ਨਿਹਾਰੀ। ਕਿਉਂਕਿ ਉਹਦਾ ਜੀਵਨ ਜਿਹੜਾ ਹੁੰਦਾ ਉਹ ਹੁੰਦਾ ਪਰਮਾਤਮਾ ਦਾ ਮਾਰਗ, ਜਿਹੜਾ ਉਹਨੇ ਆਪਣੇ ਹਿਰਦੇ ਵਿੱਚ ਉਹਨੂੰ ਧਾਰਨ ਕੀਤਾ। ਇਸ ਨੂੰ ਅਸੀਂ ਆਪਣੇ ਗਿਆਨ ਦੇ ਸਤਰਾਂ ਵਿੱਚ ਅਨੁਭਵ ਪ੍ਰਕਾਸ਼ ਵੀ ਕਹਿ ਸਕਦੇ ਹਾਂ। ਉਹਨਾਂ ਦੇ ਜੀਵਨ ਦੇ ਵਿੱਚ ਬ੍ਰਹਮ ਦਾ ਜਿਹੜਾ ਆਸਰਾ ਹੁੰਦਾ ਹੈ। ਮਨ ਤਨ ਅੰਤਰ ਚਰਨ ਧਿਆਇਆ। ਇਸ ਤਰ੍ਹਾਂ ਦੇ ਜਗਿਆਸੂਆਂ ਨੇ ਮਨ ਕਰਕੇ ਤਨ ਕਰਕੇ ਹਿਰਦੇ ਵਿੱਚ ਉਹ ਮਾਲਕ ਦੇ ਚਰਨ ਜਿਹੜੇ ਨੇ ਉਹਨਾਂ ਦੇ ਵਸੇ ਹੁੰਦੇ ਨੇ। ਇਹਦਾ ਅਨੁਵਾਦ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੈ ਕਿ ਸਾਡੇ ਮਨ ਦੇ ਵਿੱਚ ਜੇ ਗੁਰੂ ਦਾ ਸਤਿਕਾਰ ਹੈ, ਗੁਰੂ ਕੀ ਬਾਣੀ ਦਾ ਸਤਿਕਾਰ ਹੈ, ਅਤੇ ਗੁਰੂ ਕੇ ਚਰਨਾਂ ਦੇ ਵਿੱਚ ਮਨ ਟਿਕਿਆ ਰਹਿੰਦਾ। ਮਨ ਹਿਰਦੇ ਵਿੱਚ ਗੁਰੂ ਕੇ ਚਰਨ ਵਸੇ ਨੇ ਹਰ ਵੇਲੇ। ਸ਼ਾਸਤਰਕਾਰਾਂ ਨੇ ਬਚਨ ਲਿਖੇ ਨੇ ਉੱਦਾਂ ਕਿ ਜਿਹੜਾ ਇਨਸਾਨ ਮਾਂ ਦੇ ਚਰਨਾਂ 'ਚ ਮੱਥਾ ਟੇਕਦਾ, ਆਪਣੇ ਪਿਤਾ ਦੇ ਮੱਥਾ ਟੇਕਦਾ, ਇੱਜ਼ਤ ਕਰਦਾ ਮਾਂ ਪਿਓ ਦੀ, ਆਪਣੇ ਗੁਰੂ ਦੀ ਇੱਜ਼ਤ ਕਰਦਾ, ਸਨਮਾਨ ਕਰਦਾ, ਇਸ ਤਰ੍ਹਾਂ ਦੇ ਨਾਲ ਜਿਹੜਾ ਕੋਈ ਗੁਰੂ ਦਾ ਪਿਆਰਾ ਮਿਲਦਾ ਉਹਦਾ ਅਦਬ ਕਰਦਾ। ਇਹੋ ਜਿਹੇ ਇਨਸਾਨ ਕਦੇ ਵੀ ਮਨੁੱਖੀ ਬਿਰਤੀ ਤੋਂ ਉਹਨਾਂ ਦੀ ਦੇਵ ਬਿਰਤੀ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕੇ ਚਰਨਾਂ ਦਾ ਸਤਿਕਾਰ ਹੈ, ਉਹ ਸਾਰੇ ਥਾਵਾਂ 'ਤੇ ਸਨਮਾਨਿਤ ਹੋ ਜਾਂਦੇ ਹਨ। ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਇਸ ਵਾਸਤੇ ਮੈਂ ਤੇਰਾ ਦਾਸ ਸੇਵਕ ਤੇਰੇ ਦਰ ਦੇ ਉੱਤੋਂ ਜੀਵਨਾਂ ਦੇ ਵਿੱਚੋਂ ਇਹੋ ਜਿਹਾ ਜੀਵਨ ਪ੍ਰਾਪਤ ਕਰਕੇ ਜਿਹੜਾ ਪਰਮਾਤਮਾ ਦਾ ਨਾਮ ਜਪਣਾ ਅਤੇ ਸਾਧ ਸੰਗਤ ਦੇ ਵਿੱਚ ਜਾ ਕੇ ਜਪਣਾ,
ਇਹ ਸੁੱਖਾਂ ਦੇ ਵਿੱਚੋਂ ਸੁੱਖ ਨਿਧਾਨ ਪ੍ਰਾਪਤ ਕੀਤਾ ਤੇਰੇ ਸੇਵਕ ਨੇ। ਸੰਗਤ ਦੇ ਵਿੱਚੋਂ ਬੈਠ ਕੇ ਤੇਰੇ ਨਾਮ ਨੂੰ ਜਪਿਆ, ਮੇਰੇ ਵਾਸਤੇ ਸੁੱਖਾਂ ਦਾ ਨਿਧਾਨ। ਆਪ ਸਾਧ ਸੰਗਤ ਜੀ ਅੱਤ ਗੁਰੂ ਕੇ ਪ੍ਰੇਮੀ ਹੋ, ਤੁਹਾਡੇ ਵਿੱਚ ਬਹੁਤ ਕੀਮਤੀ ਰਤਨ ਹੁੰਦੇ ਨੇ। ਬੜੇ ਬੜੇ ਬੰਦਗੀ ਵਾਲੀਆਂ ਸ਼ਖਸੀਅਤਾਂ ਬੈਠੀਆਂ ਹੁੰਦੀਆਂ, ਉਹਨਾਂ 'ਚ ਬੈਠ ਕੇ ਜਪਣ ਦਾ ਗੁਰੂ ਦੇਵ ਜੀ ਨੇ ਕਿਹਾ ਜੀਵਨ ਦਾ ਪਰਮ ਆਨੰਦ ਹੈ, ਜੀਵਨਾਂ ਦੇ ਵਿੱਚੋਂ ਜੀਵਨ। ਜੇ ਤੁਸੀਂ ਇਸ ਤਰ੍ਹਾਂ ਇਕਾਂਤ ਸਿਮਰਨੇ ਹੋ ਗੁਰੂ ਕੇ ਵਾਕ ਨੂੰ ਤਾਂ ਵੀ ਤੁਸੀਂ ਇਕੱਲੇ ਨਹੀਂ, ਪਰ ਜੇ ਸਤਸੰਗ ਦੇ ਵਿੱਚ ਬੈਠ ਸਿਮਰਨੇ ਹੋ ਇਹ ਤੁਹਾਡੇ ਜੀਵਨ ਦਾ ਬਹੁਤ ਵੱਡਾ ਸੁਭਾਗ ਹੈ। ਇਸ ਵਾਸਤੇ ਸਤਸੰਗ ਕਰਨੀ ਜ਼ਰੂਰੀ ਹੈ। ਸਤਸੰਗ ਜਦੋਂ ਹੁੰਦੀ ਹੈ ਉਹਦੇ ਵਿੱਚ ਗੁਰੂ ਦਰਬਾਰ ਹਰ ਥਾਵਾਂ 'ਤੇ ਸੱਜਦਾ। ਅਤੇ ਜਿਵੇਂ ਹੁਣ ਦਰਬਾਰ ਦਾ ਸਮਾਂ, ਇਹ ਤੋਂ ਪਹਿਲਾਂ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ, ਹੁਣ ਮੁੱਖ ਵਾਕ ਦੀ ਵਿਚਾਰ ਸਰਵਣ ਕਰ ਰਹੇ ਹੋ। ਲੜੀਵਾਰ ਸ਼ਬਦ ਵਿਚਾਰ ਰਾਗ ਆਰਾਮ ਕਲੀ ਦੇ ਵਿੱਚੋਂ ਆਪ ਜੀ ਅਗਲਾ ਸ਼ਬਦ ਜੋ ਨਿਰੰਤਰ ਵਿਚਾਰ ਚੱਲ ਰਹੀ ਹੈ ਮਰਜ਼ਾਦਾ ਮੁਤਾਬਕ ਵਿਚਾਰ ਸ਼ਬਦ ਦਾ ਮੂਲ ਪਾਠ ਸਰਵਣ ਕਰੋ। ਰਾਮ ਕਲੀ ਮਹੱਲਾ ਪੰਜਵਾਂ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਹਾਂਜੀ, ਸਾਹਿਬ ਜੀ ਨੇ ਫਰਮਾਨ ਕੀਤਾ ਵੀ ਕਈ ਵਾਰ ਕਿ ਜਿਵੇਂ ਸਾਨੂੰ ਕੋਈ ਪਰਮਾਤਮਾ ਦਾ ਪਿਆਰਾ ਮਿਲ ਜੇ, ਸੰਤ ਮਿਲ ਜੇ, ਗੁਰੂ ਮਿਲੇ, ਸਾਡੀ ਬਿਰਤੀ ਅਚੇਤ ਹੁੰਦੀ ਹੈ ਅਤੇ ਉਦੋਂ ਸਾਨੂੰ ਪਰਮਾਤਮਾ ਚਿੱਤ 'ਚ ਆ ਕੇ ਵਸ ਜੇ। ਸ਼ਬਦ ਦਾ ਅਨੁਵਾਦ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਵਾਰਤਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਤਾਂ ਕਿ ਅਰਥ ਸੁਖੈਨ ਹੋ ਜਾਣਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਸ਼ਮੀਰ ਦੇ ਇਲਾਕੇ ਵਿੱਚ ਵਿਚਰ ਰਹੇ ਸੀ। ਸ਼ਾਮ ਦਾ ਸਮਾਂ ਸੀ, ਦਿਨ ਢਲ ਰਿਹਾ ਸੀ। ਜਿਹੜੇ ਲੋਕ ਆਪੋ ਆਪਣੇ ਪਿੰਡਾਂ ਤੋਂ ਸ਼ਹਿਰਾਂ ਨੂੰ ਗਏ ਹੋਏ ਸੀ ਜਾਂ ਕਸਬਿਆਂ ਨੂੰ ਗਏ ਹੋਏ ਸੀ, ਕੰਮਾਂ ਨੂੰ ਗਏ ਹੋਏ ਸੀ, ਉਹ ਵਾਪਸ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਸੀ। ਮਹਾਰਾਜ ਜੀ ਨੇ ਕਿਸੇ ਪਿੰਡ ਦੇ ਵਿੱਚ ਠਹਿਰਨਾ ਸੀ। ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ। ਆਮਣੇ ਸਾਹਮਣੇ ਤੋਂ ਇੱਕ ਬੰਦਾ ਜਿਹਨੇ ਵਹਿੰਗੀ 'ਤੇ ਆਪਣਾ ਸਮਾਨ ਲੱਦਿਆ ਹੋਇਆ ਸੀ, ਪਿੰਡਾਂ ਦੇ ਵਿੱਚ ਫੇਰੀ ਦਾ ਕੰਮ ਕਰਦਾ ਸੀ, ਗੁਰੂ ਜੀ ਨੂੰ ਆਮਣੇ ਸਾਹਮਣੇ ਮਿਲਿਆ। ਮਹਾਰਾਜ ਜੀ ਨੂੰ ਸੰਤ ਮਹਾਂਪੁਰਖ ਜਾਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਨੇ ਉਹਨੂੰ ਪੁੱਛਿਆ, ਸਾਹਿਬ ਜੀ ਪੁੱਛਦੇ ਭਾਈ ਕੀ ਕੰਮ ਕਰਨਾ? ਉਹਨੇ ਕਿਹਾ ਮਹਾਰਾਜ ਮੈਂ ਫੇਰਾ ਲਾਉਣਾ। ਮਹਾਰਾਜ ਜੀ ਕਹਿੰਦੇ ਕੀ ਵੇਚਣਾ? ਉਹਨੇ ਕਿਹਾ ਖੰਡ, ਗੁੜ, ਹਲਦੀ, ਸਾਰੇ ਘਰ ਦੇ ਸਮਾਨ ਦੱਸੇ। ਮਹਾਰਾਜ ਜੀ ਕਹਿੰਦੇ ਤੋਲਦਾ ਕਿਹਦੇ ਨਾਲ? ਕਹਿੰਦਾ ਮਹਾਰਾਜ ਵੱਟਿਆਂ। ਮਹਾਰਾਜ ਬੰਦੇ ਵੱਟੇ ਦਿਖਾ ਆਪਣਾ। ਵੱਟੇ ਦਿਖਾਏ। ਮਾਂਦੇ ਕਹਿੰਦੇ ਤੋਲ ਕਿੰਨਾ ਕਿੰਨਾ? ਉਹ ਕਹਿੰਦਾ ਮਹਾਰਾਜ ਇਹ 3 ਸੇਰ ਦਾ, ਆਹ ਜਿਹੜਾ ਇਹ 2 ਸੇਰ ਦਾ, ਆਹ 1 ਸੇਰ ਦਾ, ਅੱਧੇ ਸੇਰ ਦਾ, ਆਹ ਜਿਹੜਾ ਵੱਟਾ ਇਹ ਪਾਊ ਦਾ। ਮਹਾਰਾਜ ਨੇ ਕਿਹਾ ਜਿਹੜਾ ਪਾਊ ਹੈ ਉਹਦਾ ਹੀ ਚੰਗਾ ਸੁਭਾਉ ਹੈ। ਉਹ ਬੰਦਾ ਸੋਚੀ ਪੈ ਗਿਆ ਵੀ ਮਹਾਰਾਜ ਕਹਿੰਦਾ ਮਹਾਰਾਜ ਜੀ ਦਾ ਕੀ ਭਾਵ ਹੈ? ਗੁਰੂ ਜੀ ਕਹਿੰਦੇ ਜਿਹੜਾ ਪਾਊ ਹੈ ਦੋਵੇਂ ਪਾਸੇ ਚੜ੍ਹ ਜਾਂਦਾ, ਜਿਹੜੇ ਪਾਸੇ ਤੋਲਿਆ ਜਾਣਾ ਉਹਦੇ ਪਾਸੇ ਵੀ ਚੜ੍ਹ ਜਾਂਦਾ, ਜਿਹੜੇ ਪਾਸੇ ਤੋਲਿਆ ਜਾਣਾ ਉਹਦੇ ਪਾਸੇ ਵੀ ਚੜ੍ਹ ਜਾਣਾ। ਕਹਿੰਦਾ ਮਹਾਰਾਜ ਇਹਦਾ ਕਿ? ਮਹਾਰਾਜ ਕਹਿੰਦੇ ਜਿਹੜਾ ਪਾਊ ਹੁੰਦਾ ਇਹ ਨਿਮਰ ਹੁੰਦਾ, ਛੋਟਾ ਹੁੰਦਾ। ਜਿਹੜਾ ਨਿਮਰ ਬੰਦਾ ਹੁੰਦਾ ਨਾ ਉਹ ਦੋਵੇਂ ਪਾਸੇ ਚਲੇ ਜਾਂਦਾ। ਨਿਮਰ ਵਿਅਕਤੀ ਜਿਹੜਾ ਹੁੰਦਾ ਉਹਦੇ 'ਚ ਅਹੰਕਾਰ ਨਹੀਂ ਹੁੰਦਾ, ਉਹ ਚੰਗਾ ਹੁੰਦਾ ਸਭ 'ਤੇ। ਉਹ ਮਹਾਰਾਜ ਦੀ ਗੱਲ ਸੁਣਨ ਲੱਗ ਪਿਆ। ਮਹਾਰਾਜ ਬਚਨ ਕਰਨ ਲੱਗ ਪਏ। ਸੌਦਾ ਵੇਚਦਿਆਂ ਵੇਚਦਿਆਂ ਮਹਾਰਾਜ ਦਾ ਸਿੱਖ ਬਣ ਗਿਆ। ਮਹਾਰਾਜ ਨੇ ਉਹਨੂੰ ਗੱਲਾਂ ਦੇ ਵਿੱਚ, ਗਿਆਨ ਦੇ ਵਿੱਚ ਇਵੇਂ ਚਿੱਤ ਕਰ ਦਿੱਤਾ। ਚਲੋ ਸਮਾਂ ਨੇੜੇ ਢੁੱਕ ਰਿਹਾ, ਆਪਾਂ ਕਿਤੇ ਫੇਰ ਸਹੀ, ਪਰ ਜਦੋਂ ਉਹਨੂੰ ਗਿਆਨ ਹੋ ਗਿਆ ਉਹ ਮਹਾਰਾਜ ਦੇ ਚਰਨ ਨਾ ਛੱਡਿਆ। ਮਹਾਰਾਜ ਨੇ ਕਹਿੰਦਾ ਮਹਾਰਾਜ ਮੈਂ ਮੁਰੀਦ ਬਣਾ ਤਾ, ਮੈਂ ਤਾਂ ਸੌਦਾ ਵੇਚਣ ਵਾਲਾ ਸੀ। ਮਹਾਰਾਜ ਅੱਗੇ ਚਲੇ ਗਏ, ਉਹ ਆਪਣੇ ਰਸਤੇ ਚਲਾ ਗਿਆ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਸਵਾਲ ਕੀਤਾ, ਮਹਾਰਾਜ ਮੈਂ ਤੁਹਾਡੇ ਨਾਲ ਕਿੰਨੀ ਦੁਨੀਆ ਘੁੰਮਿਆ, ਕਈ ਪਿੰਡਾਂ 'ਚ ਜਾਈਦਾ, ਕਈ ਸ਼ਹਿਰਾਂ 'ਚ ਜਾਈਦਾ, ਕਈ ਇਲਾਕਿਆਂ 'ਚ ਜਾਈਦਾ, ਕਈ ਵਾਰੀ ਇਹੋ ਜਿਹੇ ਬੰਦੇ ਮਿਲ ਜਾਂਦੇ ਆ ਉਹਨਾਂ ਨਾਲ ਕਈ ਵਾਰੀ ਕਿੰਨਾ ਮੱਥਾ ਮਾਰਨਾ ਪੈਂਦਾ, ਗੱਲ ਸਮਝ 'ਚ ਨਹੀਂ ਪੈਂਦੀ। ਇਹ ਬੰਦਾ ਘਰ ਨੂੰ ਜਾ ਰਿਹਾ ਸੀ, ਕੋਈ ਦੀਵਾਨ ਵੀ ਨਹੀਂ ਸੀ ਲੱਗਾ, ਕੋਈ ਉਪਦੇਸ਼ ਵੀ ਨਹੀਂ ਸੀ ਹੋ ਰਿਹਾ, ਕੋਈ ਸੰਗਤ ਵੀ ਇਕੱਠੀ ਨਹੀਂ ਹੋਈ।
ਤੁਰੇ ਤੁਰੇ ਜਾਂਦੇ ਨੂੰ ਮਰਨ ਬਿਰਤੀ ਇੰਨੀ ਨਿਮਰ ਹੋ ਗਈ, ਕੀ ਕਾਰਨ ਵੀ ਦਿਨ ਵੀ ਡੁੱਬ ਰਿਹਾ ਸੀ, ਵੀ ਚਟਕ ਦਾ ਕੰਮ ਹੋ ਗਿਆ। ਗੁਰੂ ਜੀ ਨੇ ਕਿਹਾ, ਦੇਖ ਭਾਈ ਮਰਦਾਨਾ, ਕਈ ਬੰਦਿਆਂ ਦੀ ਪੂਰਬਲੀ ਤਪੱਸਿਆ ਬੜੀ ਹੁੰਦੀ ਹੈ। ਇਹ ਨਹੀਂ ਗੱਲ ਵੀ ਉਹਨਾਂ ਨੇ ਸਾਲੋ ਸਾਲ ਉਹਨਾਂ ਦਾ ਪੂਰਬਲਾ ਸਫ਼ਰ ਬੜਾ ਤੈਅ ਕੀਤਾ ਹੁੰਦਾ, ਉਹਨਾਂ ਦਾ ਮੁੜ ਕੇ ਉਹ ਥੋੜ੍ਹੀ ਜਿਹੀ ਉਹਨਾਂ ਨੂੰ ਜਾਗ ਹੀ ਲੱਗਣੀ ਹੁੰਦੀ ਹੈ। ਇਹਦੀ ਪੂਰਬਲੀ ਤਪੱਸਿਆ ਇੰਨੀ ਜ਼ਿਆਦਾ ਸੀ ਵੀ ਇਹਦਾ ਸਫ਼ਰ ਆ ਕੇ ਇੱਥੇ ਰੁਕਿਆ ਸੀ, ਇੱਥੋਂ ਇਵੇਂ ਹੀ ਹੋਣਾ ਸੀ, ਮਾੜਾ ਜਿਹਾ ਝਟਕਾ ਹੀ ਲੱਗਣਾ ਸੀ। ਇੱਦਾਂ ਹੁੰਦੀ ਆ ਵੀ ਭੇਟ ਨਾਲ ਇਵੇਂ ਦੀ ਗੱਲ ਬਣ ਜਾਣੀ, ਜਿਹੜੀ ਸ਼ਬਦ ਵਿੱਚ ਪੰਜਵੇਂ ਸਤਿਗੁਰੂ ਜੀ ਨੇ ਕਿਹਾ ਵੀ ਮਿਲਦਿਆਂ ਹੀ ਪ੍ਰਮਾਤਮਾ ਯਾਦ 'ਚ ਆ ਜਾਣਾ ਕਿਸੇ 'ਤੇ। ਇਹ ਹੁੰਦਾ ਵੀ ਤੁਹਾਡਾ ਆਪਣੀ ਮਨ ਬਿਰਤੀ ਦੀ ਲਗਨ ਬੜੀ ਪ੍ਰਬਲ ਰਹੀ ਹੋਏਗੀ। ਇਵੇਂ ਦਾ ਗੁਰੂ ਦੀ ਸੰਗਤ ਹੋਵੇ ਤੇ ਪਹਿਲੀ ਵਾਰੀ ਨਾਮ ਦੀ ਗੱਲ ਸ਼ੁਰੂ ਹੋ ਜਾਏ। ਸੰਗਤ ਕਰਤ ਸੰਤੋਖ ਮਨ ਪਾਇਆ। ਫਿਰ ਉੱਥੇ ਸੰਗਤ ਕਰਦਿਆਂ ਹੀ ਪਹਿਲੀ ਵਾਰੀ ਸੰਗਤ ਕੀਤੀ ਆ ਤਾਂ ਮਨ ਦੇ ਅੰਦਰ ਸੰਤੋਖ ਬਿਰਤੀ ਆ ਜਾਏ, ਤ੍ਰਿਪਤ ਬਿਰਤੀਆਂ ਬਣਨ ਲੱਗ ਪੈਣ। ਇਸ ਕਰ ਅਵਸਥਾ ਦਾ ਜਨਮ ਹੁੰਦਾ ਕਿ ਪੂਰਬਲੇ ਕਰਮਾਂ ਦੇ ਮੁਤਾਬਕ। ਸੰਤਹ ਚਰਨ ਮਾਥਾ ਮੇਰੋ ਪੋਤ। ਇਸ ਵਾਸਤੇ ਜਿਹੜੇ ਸੰਤ ਜਨ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਆਪਣਾ ਜਿਹੜਾ ਮੱਥਾ ਹੈ ਉਹ ਸਦਾ ਵਾਸਤੇ ਟਿਕਾ ਕੇ ਰੱਖਣਾ। ਜਿੱਥੇ ਕੋਈ ਪਰਮਾਤਮਾ ਦਾ ਪਿਆਰਾ, ਮੈਂ ਉਹਨਾਂ ਦੇ ਅੱਗੇ ਸਿਰ ਝੁਕਾ ਦਿੰਦਾ ਹਾਂ। ਅਨੇਕ ਬਾਰ ਸੰਤਹ ਡੰਡੋਤ। ਜਿੱਥੇ ਕਦੇ ਪਰਮਾਤਮਾ ਦਾ ਨਾਮ ਜਪਣ ਵਾਲੇ ਮੈਂ ਉਹਨਾਂ ਅੱਗੇ ਦੰਡਵਤ ਹੋ ਜਾਣਾ। ਦੰਡਵਤ ਹੁੰਦਾ ਪੂਰਾ ਲੰਮਾ ਪੈ ਜਾਣਾ, ਸਰੀਰ ਦੇ ਸਾਰੇ ਅੰਗ ਉਹਨਾਂ ਦੇ ਅੱਗੇ ਵਿਸਾ ਦਿੰਦਾ ਮੈਂ। ਮੇਰਾ ਇੰਨਾ ਨਿਮਰ ਹੋ ਜਾਂਦਾ ਉਹਨਾਂ ਦੇ ਮਨ, ਉਹਨਾਂ ਦੇ ਗੁਣਾਂ ਦੇ ਸਾਹਮਣੇ ਮੈਂ ਐਵੇਂ ਝੁਕ ਜਾਂਦਾ ਹਾਂ। ਇਹੋ ਮਨ ਸੰਤਨ ਕੈ ਬਲਿਹਾਰੀ। ਇਹ ਜਿਹੜਾ ਮੇਰਾ ਮਨ ਹੈ ਇਹ ਸੰਤਾਂ ਤੋਂ ਐਵੇਂ ਜ਼ਿਆਦਾ ਕੁਰਬਾਨ ਜਾਂਦਾ, ਉਹਨਾਂ ਤੇ ਬਹੁਤ ਬਲਿਹਾਰ ਜਾਂਦਾ ਹੈ। ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਾਧ ਸੰਗਤ ਦੀ ਜਿਨ੍ਹਾਂ ਨੇ ਓਟ ਵੀ ਤੱਕੀ ਹੈ, ਜਿਹੜੇ ਸਤ ਸੰਗ ਵਿੱਚ ਆ ਗਏ ਨੇ, ਉਹਨਾਂ ਨੇ ਜੀਵਨ ਵਿੱਚ ਸੁੱਖ ਪ੍ਰਾਪਤ ਕੀਤਾ। ਪਰਮਾਤਮਾ ਨੇ ਉਹਨਾਂ ਦੇ ਉੱਤੇ ਬੜੀਆਂ ਬੜੀਆਂ ਵੱਡੀਆਂ ਕਿਰਪਾ ਕੀਤੀਆਂ, ਉਹਨਾਂ ਦੇ ਬੜੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੋਈਆਂ ਹਨ। ਰਹਾਉ ਸੰਤਹ ਚਰਨ ਧੋਏ ਧੋਏ ਪੀਵਾ। ਮੈਂ ਮਨ ਬਿਰਤੀ ਕਰਕੇ ਜਿੱਥੇ ਸਾਧੂ ਸੰਤਾਂ ਦੀ ਇਕੱਤਰਤਾ ਹੁੰਦੀ ਹੈ ਉਹਨਾਂ ਦੇ ਚਰਨ ਧੋ ਧੋ ਪੀਣਾ, ਭਾਵ ਉਹਨਾਂ ਦੀ ਹਰ ਤਰ੍ਹਾਂ ਸੇਵਾ ਕਰਨ ਵਾਸਤੇ ਤਤਪਰ ਰਹਿਣਾ। ਇਹ ਪੰਜਾਬੀ ਦਾ ਮੁਹਾਵਰਾ, ਮੈਂ ਤੇ ਚਰਨ ਧੋ ਧੋ ਪੀਣਾ, ਵੀ ਉਹਨਾਂ ਦੀ ਇਵੇਂ ਆਗਿਆ ਵਿੱਚ ਰਹਿੰਦਾ ਹਾਂ। ਸੰਤਹ ਦਰਸ ਪੇਖ ਪੇਖ ਜੀਵਾ। ਜਿਹੜੇ ਗੁਰੂ ਕੇ ਪਿਆਰੇ ਸੰਤ ਜਨ ਨੇ, ਸਤ ਸੰਗੀ ਨੇ, ਉਹਨਾਂ ਦਾ ਦਰਸ਼ਨ ਦੇਖ ਦੇਖ ਕੇ ਮੈਨੂੰ ਜੀਵਨ ਨੂੰ ਜਿਹੜੀ ਆ ਊਰਜਾ ਮਿਲਦੀ ਆ, ਮੇਰੇ ਜੀਵਨ ਨੂੰ ਕਈ ਪ੍ਰੇਰਨਾ ਮਿਲਦੀਆਂ। ਮੈਂ ਉਹਨਾਂ 'ਤੇ ਸਿੱਖਿਅਤ ਹੋ ਜਾਂਦਾ, ਉਹਨਾਂ ਨੂੰ ਵੇਖ ਵੇਖ ਕੇ ਮੈਂ ਜੀਵਨ ਦਾ ਹਾਂ। ਸੰਤਹ ਕੀ ਮੇਰਾ ਮਨ ਆਸ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਸੰਤ ਜਨ ਨੇ ਨਾ, ਉਹਨਾਂ ਦੇ ਮੇਰੇ ਮਨ ਦੇ ਵਿੱਚ ਸਦਾ ਅਦਬ ਬਣਿਆ ਰਹਿੰਦਾ। ਮੈਂ ਚਾਹੁੰਦਾ ਵੀ ਸੰਤ ਸੰਗੀ ਸਬੱਬ ਬਣੇ, ਇਤਫਾਕ ਬਣੇ। ਮੇਰੇ ਮਨ ਦੇ ਵਿੱਚ ਆਸ ਬਣੀ ਹੋਈ ਹੈ। ਸੰਤ ਹਮਾਰੀ ਨਿਰਮਲ ਰਾਸ। ਸਾਡੇ ਜੀਵਨ ਦੀ ਜਿਹੜੀ ਨਿਰਮਲ ਭਾਵ ਕਿ ਰਾਸ ਪੂੰਜੀ ਹੁੰਦੀ ਹੈ, ਜਿਹਨੂੰ ਆਪਾਂ ਨਿਰਮਲ ਧਨ ਕਹਿੰਦੇ ਆ, ਵੀ ਜਿਹੜਾ ਕਦੇ ਮੈਲਾ ਨਹੀਂ ਹੁੰਦਾ। ਅਤੇ ਸਤਸੰਗ ਦੇ ਵਿੱਚ ਜਿਹੜੇ ਗੁਣ ਪ੍ਰਾਪਤ ਕੀਤੇ ਨੇ, ਸਤਸੰਗ ਦੇ ਵਿੱਚ ਜਾ ਕੇ ਜਿਹੜੀਆਂ ਸਿੱਖਿਆ ਪ੍ਰਾਪਤ ਕੀਤੀ ਆ, ਇਹ ਸਾਡੇ ਜੀਵਨ ਦੀ ਨਿਰਮਲ ਰਾਸ ਹੈ, ਪੂੰਜੀ ਹੈ। ਸੰਤ ਹਮਾਰਾ ਰਾਖਿਆ ਪੜਦਾ। ਸੰਤ ਜਨਾਂ ਨੇ ਸਾਡਾ ਜਿਹੜਾ ਹੈ ਪੜਦਾ ਭਾਵ ਕੇ ਪੱਤ ਰੱਖੀ ਹੈ। ਸਾਡੇ ਜਿਹੜੇ ਜੀਵਨ ਦੇ ਵਿੱਚ ਕਮੀਆਂ ਸੀ, ਔਗੁਣ ਸੀ, ਉਹਨਾਂ ਨੇ ਇਵੇਂ ਦੇ ਗੁਣਾਂ ਦੀ ਬਖਸ਼ਿਸ਼ ਕੀਤੀ ਹੈ ਕਿ ਸਾਡੇ ਜੀਵਨ ਦੇ ਵਿੱਚ
ਔਗਣ ਜਿਹੜੇ ਨੇ ਉਹਨਾਂ ਨੂੰ ਢੱਕ ਲਿਆ ਹੈ। ਸੰਤ ਪ੍ਰਸਾਦ ਮੋਹਿ ਕਬਹੂ ਨਾ ਕੱਢਦਾ। ਹੁਣ ਮੈਨੂੰ ਕਿਸੇ ਦੀ ਸੰਤਾਂ ਦੀ ਐਵੇਂ ਦੀ ਮਿਹਰ ਹੁੰਦੀ ਹੋਈ ਆ ਕਿ ਮੈਨੂੰ ਨਾ ਕਿਸੇ ਦੇ ਵਿੱਚ ਕੋਈ ਗੁਣ ਹੋਵੇ, ਕਿਸੇ ਦੇ ਕੋਲੋਂ ਧਨ ਵੱਧ ਹੋਵੇ, ਸੰਪਤੀ ਹੋਵੇ, ਜਾਂ ਮੈਨੂੰ ਕਿਸੇ ਗੱਲ ਦਾ ਝੋਰਾ ਨਹੀਂ ਹੁੰਦਾ ਕਿਸੇ ਪ੍ਰਤੀ ਦੇਖ ਕੇ ਵੀ ਬਿਰਤੀ ਨਿਰਮਾਣ। ਕਈਆਂ ਨੂੰ ਕਈ ਵੱਲ ਵੇਖ ਕੇ ਈਰਖਾ ਸਾੜਾ ਹੁੰਦੀ, ਉਹ ਚੀਜ਼ਾਂ ਨਹੀਂ ਰਹੀਆਂ ਮਨ ਦੇ ਵਿੱਚ। ਮਨ ਦੇ ਅੰਦਰ ਜਿਹੜੀ ਆ ਸ਼ਾਂਤ ਬਿਰਤੀ ਹੈ। ਮੈਂ ਕੱਢਦਾ ਨਹੀਂ ਕਿਸੇ ਵੱਲ ਵੇਖ ਕੇ। ਇਹ ਆਪਾਂ ਕਹਿੰਦੇ ਨਾ ਜੋ ਬੰਦਾ ਕੋਈ ਗੁਣ ਹੋਵੇ ਗੁਣਵਾਨ ਜਾਂ ਧਨਵਾਨ, ਆਪਾਂ ਕਹਿੰਦੇ ਰੜਕਦਾ ਅੱਖਾਂ 'ਚ, ਉਹ ਨਹੀਂ ਗੱਲ ਹੈ। ਹੁਣ ਸੰਤਹਿ ਸੰਗ ਦਿਆ ਕਿਰਪਾਲ। ਕਹਿੰਦੇ ਇਸ ਤਰ੍ਹਾਂ ਦੇ ਨਾਲ ਸੰਤ ਸੰਗ ਮਾਲਕ ਨੇ ਮਿਹਰ ਕੀਤੀ ਹੈ, ਮੈਨੂੰ ਸਤਸੰਗ ਦਾ ਸੰਗ ਬਖਸ਼ਿਸ਼ ਕੀਤਾ ਹੈ। ਸੰਤ ਸਹਾਈ ਭਏ ਦਇਆਲ। ਸੰਤ ਸਹਾਈ ਉਹਨੂੰ ਮਿਹਰ ਕੀਤੀ ਹੈ ਮਾਲਕ ਨੇ, ਸਤਸੰਗ ਦੇ ਵਿੱਚ ਬ੍ਰਹਮ ਦੇ ਨਾਮ ਵਿੱਚ ਬਿਰਤੀ ਟਿਕੀ ਹੈ। ਸੂਰਤ ਮਤ ਬੁੱਧ ਪ੍ਰਗਾਸ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਅਵਸਥਾਵਾਂ ਜਿਹੜੀਆਂ ਸਤਸੰਗ ਦੇ ਵਿੱਚ ਜਨਮ ਲੈ ਲੈਂਦੀਆਂ, ਬੰਦੇ ਦਾ ਚਿੱਤ ਇਕਾਗਰ ਹੋ ਜਾਂਦਾ, ਮਤ ਜਿਹੜੀ ਹੈ ਉਹ ਸਮੱਤ ਬਣ ਜਾਂਦੀ ਹੈ, ਬੁੱਧੀ ਦਾ ਜਿਹੜਾ ਪ੍ਰਕਾਸ਼ ਹੋ ਜਾਂਦਾ, ਸਮਝ ਵੱਧਦੀ ਹੈ ਸਤਸੰਗ ਵਿੱਚ। ਗਹਿਰ ਗੰਭੀਰ ਅਪਾਰ ਗੁਣ ਤਾਸ। ਇਹ ਮਤ ਜਿਹੜੀ ਆ ਉਹਦੇ ਵਿੱਚ ਸੰਘਣਾ ਪਣ ਆਏਗਾ। ਗੰਭੀਰ ਦਾ ਭਾਵ ਕਿ ਡੂੰਘੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਉਹ ਗੰਭੀਰ ਅਪਾਰ ਗੁਣਤਾਸ, ਗੁਣਾਂ ਦੇ ਸਹਿਤ ਇਹ ਮਾਲਕ ਹੋ ਜਾਂਦੀ ਹੈ। ਜੀ ਜੰਤ ਸਗਲੇ ਪ੍ਰਤਪਾਲ। ਤੁਸੀਂ ਸਾਰੇ ਜੀਆਂ ਨੂੰ, ਜਨਤਾ ਨੂੰ, ਸਭ ਜੀਵਾਂ ਦੀ ਤੁਸੀਂ ਪ੍ਰਤਪਾਲਨਾ ਕਰਨੇ ਹੋ। ਨਾਨਕ ਸੰਤ ਹੈ ਦੇਖ ਨਿਹਾਲ। ਜਦੋਂ ਕੋਈ ਸਤਸੰਗੀ ਪਿਆਰਾ ਮਿਲਦਾ, ਮੇਰਾ ਜੀਵਨ ਬਾਗੋ ਬਾਗ ਹੋ ਜਾਂਦਾ। ਇਸ ਤਰ੍ਹਾਂ ਦੇ ਨਾਲ ਕਈ ਉਹ ਅਵਸਥਾਵਾਂ ਜਿੱਥੇ ਗੁਰੂਦੇਵ ਮਿਲਿਆ ਹੀ ਜੀਵਨ ਦੇ ਵਿੱਚ ਬ੍ਰਹਮ ਦੀ ਯਾਦ ਚੱਲ ਜਾਏ, ਸਤਸੰਗ ਦੇ ਵਿੱਚ ਮਿਲ ਕੇ ਚੱਲ ਜਾਏ, ਉਹ ਬੜਾ ਵੱਡਾ ਭਾਗਾਂ ਵਾਲਾ ਸਮਾਂ ਹੁੰਦਾ। ਸਾਧ ਸੰਗਤ ਜੀ, ਬਹੁਤ ਇੱਥੇ ਸ਼ਬਦ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ, ਸਤਿਗੁਰੂ ਜੀ ਦਾ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ ਵੱਡੀ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਨੇ ਗੁਰ ਸ਼ਬਦ ਵਿਚਾਰ ਬਹੁਤ ਹੀ ਇਕਾਗਰਤਾ ਭਾਵਨਾ ਦੇ ਨਾਲ ਸਰਵਣ ਕੀਤੀ ਹੈ। ਗੁਰਦੇਵ ਸਭ ਸਤਸੰਗੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਜਿੱਥੇ ਸਾਰੀਆਂ ਸੰਗਤਾਂ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਨੇ ਅਵਸਰ ਦਿੱਤਾ ਸੰਗਤ ਦੇ ਵਿੱਚ ਸ਼ਬਦ ਵਿਚਾਰ ਕਰਨ ਦਾ, ਉਹਨਾਂ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦ। ਪਾਠ ਦੇ ਆਖਰੀਆਂ ਪੰਗਤੀਆਂ ਭਾਈ ਸਾਹਿਬਾਨ ਪਾਸੋਂ ਸਰਵਣ ਕਰੋ ਜੀ। ਸੁਰਤ ਮਤ ਬੁੱਧ ਪ੍ਰਗਾਸ। ਗਹਿਰ ਗੰਭੀਰ ਅਪਾਰ ਗੁਣ ਤਾਸ। ਜੀ ਜੰਤ ਸਗਲੇ ਪ੍ਰਤਪਾਲ। ਨਾਨਕ ਸੰਤ ਦੇਖ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।